तो बेटा अज ਅਸੀਂ अपना थर्ड चैप्टर है सैक्शन ए ਦਾ थिंकिंग आउट ऑफ द बॉक्स लेटरल थिंकिंग। ਇਹਦੇ ਅੱਜ ਅਸੀਂ ਮਲਟੀਪਲ ਚੁਆਇਸ ਕੁਐਸਚਨਸ ਕਰਾਂਗੇ। ਪਿਛਲੇ 2 ਦਿਨਾਂ ਦੇ ਵਿੱਚ ਆਪਾਂ ਪਿਛਲੇ 2 ਚੈਪਟਰਸ ਖਤਮ ਕਰ ਚੁੱਕੇ। ਪਰਸੋਂ ਅਸੀਂ ਹਸਨ ਅਟੈਂਡੈਂਸ ਪ੍ਰੋਬਲਮ ਦੇ ਸਾਰੇ ਮਲਟੀਪਲ ਚੁਆਇਸ ਕੁਐਸਚਨਸ ਕੀਤੇ ਸੀਗੇ ਤੇ ਕੱਲ ਅਸੀਂ ਦ ਮਾਰਚ ਕਿੰਗ ਵਾਲੇ ਮਲਟੀਪਲ ਚੁਆਇਸ ਕੁਐਸਚਨਸ ਕਵਰ ਕੀਤੇ ਸੀ। ਤਾਂ ਬੇਟਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੋਇਆ ਜਿਹੜੇ ਨੋਟਸ ਹੈ ਇਹ ਤੁਹਾਡੇ ਐਜੂਕੇਅਰ ਪੋਰਟਲ ਵਾਲੀ ਜਿਹੜੀ ਵੈਬਸਾਈਟ ਹੈ ਉੱਥੋਂ ਮੈਂ ਡਾਊਨਲੋਡ ਕੀਤੇ ਹੈ। ਤਾਂ ਉਸ ਦੇ ਵਿੱਚ ਰਿਵੀਜ਼ਨ ਮਟੀਰੀਅਲ ਨੰਬਰ 1 ਵੀ ਹੈ 2 ਵੀ ਹੈ ਤੇ ਕੁਝ ਪਹਿਲਾਂ ਦਾ ਵੀ ਮਟੀਰੀਅਲ ਪਿਆ ਤਾਂ ਆਪਾਂ ਜਿੰਨਾ ਵੀ ਹੋ ਸਕੇ ਉਹ ਕਰਾਂਗੇ। ਤਾਂ ਪਹਿਲਾ ਕੁਐਸਚਨ ਹੈ ਜੀ ਕਿ ਵਾਟ ਇਜ਼ ਲੇਟਰਲ ਥਿੰਕਿੰਗ। ਇਹਦਾ ਇੱਕ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਬਣਦਾ ਹੈ ਤਾਂ ਤੁਸੀਂ ਉਹਦੀਆਂ ਜਿਹੜੀਆਂ ਇੱਕ ਦੋ ਲਾਈਨਸ ਇੱਥੇ ਲਿਖ ਸਕਦੇ ਹੋ। ਤਾਂ ਸਾਨੂੰ ਪਤਾ ਹੈ ਕਿ ਲੇਟਰਲ ਥਿੰਕਿੰਗ ਇਜ਼ ਥਿੰਕਿੰਗ ਡਿਫਰੈਂਟਲੀ ਔਰ ਥਿੰਕਿੰਗ ਆਊਟ ਆਫ ਦਾ ਬਾਕਸ। ਲੇਟਰਲ ਥਿੰਕਿੰਗ ਕਿਹਾ ਜਾਂਦਾ ਹੈ ਜਿਹੜੀ ਕਿ ਅਲੱਗ ਜੀ ਸੋਚ ਹੁੰਦੀ ਹੈ ਅਸੀਂ ਉਸ ਨੂੰ ਕਹਿੰਦੇ ਹਾਂ। ਤਾਂ ਲੇਟਰਲ ਥਿੰਕਿੰਗ ਦਾ ਮਤਲਬ ਹੈ ਕਿ ਅਸੀਂ ਅਲੱਗ ਤੌਰ ਤਰੀਕੇ ਨਾਲ ਸੋਚੀਏ ਥਿੰਕਿੰਗ ਡਿਫਰੈਂਟਲੀ ਜਾਂ ਥਿੰਕਿੰਗ ਆਊਟ ਆਫ ਦਾ ਬਾਕਸ। ਆਊਟ ਆਫ ਦਾ ਬਾਕਸ ਦਾ ਮਤਲਬ ਹੁੰਦਾ ਹੈ ਵੀ ਬਿਲਕੁਲ ਅਲੱਗ ਚੀਜ਼ ਨਵੀਂ ਚੀਜ਼ ਜਿਹੜੀ ਪਹਿਲਾਂ ਕਿਸੇ ਨੇ ਸੋਚੀ ਨਾ ਹੋਵੇ ਤਾਂ ਅਸੀਂ ਉਸ ਨੂੰ ਆਊਟ ਆਫ ਦਾ ਬਾਕਸ ਕਹਿੰਦੇ ਹਾਂ ਜਿਹੀ ਚੀਜ਼ ਨੂੰ। ਤਾਂ ਤੁਸੀਂ ਇਹ ਵਾਲੀ ਲਾਈਨ ਸਿੰਪਲ ਇੱਕ ਲਾਈਨ ਇੱਥੇ ਲਿਖ ਸਕਦੇ ਹੋ। ਸੈਕਿੰਡ ਕੁਐਸਚਨ ਹੈ ਕਿ ਵੇਅਰ ਡਿਡ ਦਾ ਫਾਰਮਰ ਐਂਡ ਹਿਜ਼ ਡਾਟਰ ਲਿਵ। ਬੜਾ ਈਜ਼ੀ ਜਿਹਾ ਕੁਐਸਚਨ ਹੈ, ਸ਼ੁਰੂ ਚ ਹੀ ਆਂਦਾ ਹੈ ਇਹ ਚੈਪਟਰ ਦੇ ਕਿ ਵੇਅਰ ਦਾ ਮਤਲਬ ਇੱਥੇ ਕਿਸੇ ਜਗ੍ਹਾ ਨੂੰ ਪੁੱਛਿਆ ਗਿਆ ਹੈ ਕਿ ਜਿਹੜੀ ਕਿਸਾਨ ਹੈ ਤੇ ਉਸ ਦੀ ਲੜਕੀ ਕਿੱਥੇ ਰਹਿੰਦੇ ਸੀਗੇ। ਤਾਂ ਇਹ ਇੱਕ ਇੰਡੀਆ ਦੀ ਕਹਾਣੀ ਹੈ ਜੀ। ਅਸੀਂ ਇੱਥੇ ਲਿਖਾਂਗੇ ਦੇ ਲਿਵਡ ਇਨ ਅ ਸਮਾਲ ਵਿਲੇਜ ਇਨ ਇੰਡੀਆ। ਇੰਡੀਆ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਦੀ ਇਹ ਕਹਾਣੀ ਹੈ, ਇਸ ਕਰਕੇ ਅਸੀਂ ਇੱਥੇ ਲਿਖਾਂਗੇ ਕਿ ਦੇ ਲਿਵਡ ਇਨ ਅ ਸਮਾਲ ਵਿਲੇਜ ਇਨ ਇੰਡੀਆ। ਥਰਡ ਹੈ ਜੀ ਦਾ ਮਨੀ ਲੈਂਡਰ ਵਾਜ਼। ਤਾਂ ਦੋ ਆਪਸ਼ਨ ਸਾਨੂੰ ਦਿੱਤੀਆਂ ਹੋਈਆਂ, ਏ ਯੰਗ ਐਂਡ ਅਟਰੈਕਟਿਵ, ਦੂਸਰਾ 올ਡ ਐਂਡ ਅਗਲੀ। ਤਾਂ ਸਾਨੂੰ ਪਤਾ ਬੱਚਿਓ ਕਿ ਜਿਹੜਾ ਪਿੰਡ ਦਾ ਸ਼ਾਹੂਕਾਰ ਸੀ ਮਨੀ ਲੈਂਡਰ ਉਹ ਕਾਫੀ ਏਜਡ ਸੀ ਅਤੇ ਬਹੁਤ ਹੀ ਭੈੜਾ ਸੀ। ਤਾਂ ਅਸੀਂ ਲਿਖਾਂਗੇ 올ਡ ਐਂਡ ਅਗਲੀ। ਫੋਰਥ ਹੈ ਦਾ ਟਰਮ ਲੇਟਰਲ ਥਿੰਕਿੰਗ ਵਾਜ਼ ਕੋਇਨਡ ਬਾਏ। ਕਿ ਜਿਹੜੀ ਲੇਟਰਲ ਥਿੰਕਿੰਗ ਵਾਲੀ ਜਿਹੜੀ ਟਰਮ ਹੈ, ਟਰਮ ਦਾ ਮਤਲਬ ਇਹ ਜਿਹੜਾ ਵਰਡ ਹੈ ਲੇਟਰਲ ਥਿੰਕਿੰਗ, ਇਹ ਸਭ ਤੋਂ ਪਹਿਲਾਂ ਕਿਸਨੇ ਘੜਿਆ ਸੀ। ਕੁਆਇਨ ਦਾ ਮਤਲਬ ਵੈਸੇ ਪੈਸੇ ਘੜਨ ਨੂੰ ਕਿਹਾ ਜਾਂਦਾ, ਲੇਕਿਨ ਇੱਥੇ ਸ਼ਬਦ ਕਿਸਨੇ ਬਣਾਇਆ, ਕਿਸਨੇ ਸਭ ਤੋਂ ਪਹਿਲਾਂ ਸੁਜੈਸਟ ਕੀਤਾ ਕਿ ਕੋਈ ਲੇਟਰਲ ਥਿੰਕਿੰਗ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਤਾਂ ਉਹ ਕੌਣ ਸੀਗੇ ਜੀ, ਇਸ ਚੈਪਟਰ ਦੇ ਜਿਹੜੇ ਰਾਈਟਰ ਨੇ ਐਡਵਰਡ ਡੇ ਬੂਨੋ। ਐਡਵਰਡ ਡੇ ਬੂਨੋ ਦੇ ਸਪੈਲਿੰਗ ਤੁਸੀਂ ਜ਼ਰੂਰ ਧਿਆਨ ਨਾਲ ਬੇਟਾ ਲਿਖ ਲੈਣੇ ਆ ਇੱਕ ਵਾਰੀ, ਇਸ 'ਚ ਗਲਤੀ ਨਹੀਂ ਕਰਨੀ। ਤਾਂ ਫਿਫਥ ਕੁਐਸਚਨ ਹੈ ਕਿ ਥਾਮਸ ਵਾਜ਼ ਡੈਸ਼। ਤਾਂ ਤੁਹਾਡੇ ਕੋਲੇ 4 ਆਨਸਰਸ ਦਿੱਤੇ ਹੋਏ ਆ, ਅ ਬੈਗਰ, ਅ ਮਨੀ ਲੈਂਡਰ, ਅ ਫਾਰਮਰ, ਅ ਮਿਲੀਅਨੀਅਰ। ਤਾਂ ਬੱਚਿਓ ਥਾਮਸ ਯਾਦ ਕਰੋ ਸਾਡੀ ਜਿਹੜੀ ਸੈਕਿੰਡ ਸਟੋਰੀ ਸੀ। ਪਹਿਲੀ ਸਟੋਰੀ ਤਾਂ ਦੇਖੋ ਉਹ ਲੜਕੀ ਦੀ ਸੀ, ਦੂਜੀ ਥਾਮਸ ਦੀ ਸੀਗੀ। ਤਾਂ ਸਾਨੂੰ ਪਤਾ ਬੱਚਿਓ ਥਾਮਸ ਇੱਕ ਮਿਲੀਅਨੀਅਰ ਸੀਗਾ, ਉਸ ਕੋਲ ਫੈਰਾਰੀ ਗੱਡੀ ਹੁੰਦੀ ਹੈ। ਤਾਂ ਫੈਰਾਰੀ ਗੱਡੀ ਆਮ ਬੰਦੇ ਕੋਲ ਨਹੀਂ ਹੋ ਸਕਦੀ, ਤਾਂ ਇਸ ਕਰਕੇ ਇਹਦਾ ਆਨਸਰ ਕੀ ਹੈ ਜੀ, ਆ ਮਿਲੀਅਨੀਅਰ। ਅਸੀਂ ਲਿਖਾਂਗੇ ਪੈਸੇ ਵਾਲਾ ਬੰਦਾ ਸੀਗਾ ਜੀ ਉਹ। ਸਿਕਸਥ ਹੈ ਕਿ ਹਾਊ ਮਚ ਅਮਾਊਂਟ ਡਿਡ ਥਾਮਸ ਬੋਰੋ ਫਰੋਮ ਦਾ ਬੈਂਕ। ਹਾਊ ਮਚ ਦਾ ਮਤਲਬ ਕਿੰਨੀ ਜ਼ਿਆਦਾ ਅਮਾਊਂਟ ਥਾਮਸ ਨੇ ਬੈਂਕ ਤੋਂ ਉਧਾਰ ਲਈ ਸੀ। ਬੋਰੋ ਫਰੋਮ ਦਾ ਬੈਂਕ, ਯਾਦ ਕਰੋ ਬੈਂਕ ਤੋਂ ਪੈਸੇ ਉਧਾਰ ਲੈਣ ਲਈ ਆਇਆ ਸੀ। ਆਪਣੀ ਉਸਨੇ ਜਿਹੜੀ ਫੈਰਾਰੀ ਗੱਡੀ ਸੀ ਉਸਨੇ ਉਸ ਨੂੰ ਕੋਲੈਟਰਲ ਦੇ ਤੌਰ ਤੇ ਰੱਖਿਆ ਸੀਗਾ, ਗਿਰਵੀ ਰੱਖਿਆ ਸੀ ਬੈਂਕ ਦੇ ਕੋਲੇ। ਤਾਂ ਉਸਨੇ ਕਿੰਨੇ ਪੈਸੇ ਉਧਾਰ ਲਏ ਸੀ। ਤਾਂ ਸਾਨੂੰ ਪਤਾ ਬੱਚਿਓ $5000। ਤਾਂ ਸਿੰਪਲ ਜੇ ਤੁਸੀਂ $5000 ਆਹ ਵਾਲਾ ਵਰਡ ਵੀ ਪੇਪਰ 'ਚ ਲਿਖਿਆ ਨੇ ਹੋ ਤਾਂ ਇਹ ਸਫੀਸ਼ੀਐਂਟ ਹੈ। ਲੇਕਿਨ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਕਈ ਬੱਚੇ ਕੀ ਕਰਦੇ ਨੇ 5000 ਰੁਪੀਜ਼ ਲਿਖ ਜਾਂਦੇ ਹੈ, ਇਸ ਤਰ੍ਹਾਂ ਰੁਪੀਜ਼ ਦਾ ਸਾਈਨ ਬਣਾ ਜਾਂਦੇ ਹੈ। ਰੁਪੀਜ਼ ਨਹੀਂ ਸੀਗੇ ਜੀ, ਆਪਾਂ ਐ ਨਹੀਂ ਲਿਖਣਾ, ਆਪਾਂ ਲਿਖਣਾ ਹੈ $5000। ਤੇ ਆਮ ਤੌਰ ਤੇ ਜਿਹੜਾ ਡਾਲਰ ਦਾ ਸਾਈਨ ਹੈ ਬੱਚੇ ਉਹ ਸ਼ੁਰੂਆਤ 'ਚ ਪੈਂਦਾ, ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਲਿਖਾਂਗੇ। ਡਾਲਰ ਦਾ ਸਾਈਨ ਤੁਹਾਨੂੰ ਪਤਾ ਇਦਾਂ ਦਾ ਹੁੰਦਾ, ਤਾਂ ਅਸੀਂ ਇਸ ਤਰੀਕੇ ਨਾਲ ਇਸ ਨੂੰ ਲਿਖਾਂਗੇ। ਤਾਂ ਇੱਥੇ ਆ ਰੁਪੀ ਵਾਲੀ ਗਲਤੀ ਨਹੀਂ ਕਰਨੀ, ਬਸ ਆਹੀ ਇੱਕ ਬੱਚੇ ਗਲਤੀ ਕਰ ਜਾਂਦੇ ਆ। ਉਸ ਤੋਂ ਬਾਅਦ ਹੈ ਜੀ ਕਿ ਵੇਅਰ ਵਾਜ਼ ਦਾ ਬੈਂਕ ਸਿਚੁਏਟਿਡ। ਇਹ ਜਿਸ ਬੈਂਕ 'ਚ ਗਿਆ ਸੀ ਉਹ ਬੈਂਕ ਕਿੱਥੇ ਸੀ। ਤਾਂ ਤੁਹਾਨੂੰ ਯਾਦ ਹੋਣਾ ਬੱਚਿਓ ਜਿਹੜੀ ਸਟੋਰੀ ਸੀ ਨਿਊਯਾਰਕ ਸਿਟੀ ਦੇ ਬਿਲਕੁਲ ਮਿਡਲ 'ਚ ਸੀਗੀ ਇਹ। ਤਾਂ ਨਿਊਯਾਰਕ ਸਿਟੀ USA ਦਾ ਬੈਂਕ ਹੈ ਜੀ, ਇਸ ਕਰਕੇ USA ਦੀ ਸਿਟੀ ਹੈ ਨਿਊਯਾਰਕ ਸਿਟੀ, ਤਾਂ ਉੱਥੇ ਉਸਦੇ ਬਿਲਕੁਲ ਮਿਡਲ ਦੇ ਵਿੱਚ ਇਹ ਬੈਂਕ ਸਿਚੁਏਟਿਡ ਸੀ। ਇਵਨ ਕਿ ਜੇ ਤੁਸੀਂ ਬੱਚਿਓ ਨਿਊਯਾਰਕ ਸਿਟੀ ਵੀ ਪਾਏ ਹੋਗੇ ਨਾ ਤਾਂ ਵੀ ਆਨਸਰ ਸਫੀਸ਼ੀਐਂਟ ਹੈ, ਤੁਹਾਨੂੰ ਮਾਰਕਸ ਮਿਲ ਜਾਣਗੇ। ਤਾਂ ਜਿਹੜੇ ਮੇਨ ਵਰਡਸ ਹੁੰਦੇ ਆ ਉਹਨਾਂ ਨੂੰ ਮਿਸ ਨਹੀਂ ਕਰਨਾ, ਉਹਨਾਂ ਦਾ ਧਿਆਨ ਰੱਖਣਾ।
8वां क्वेश्चन है जी कि हाउ लॉन्ग डिड थॉमस स्टे अवे फ्रॉम न्यूयॉर्क सिटी। हाउ लॉन्ग, पहले दो वर्ड्स देखो। हाउ लॉन्ग का मतलब किन्ना समा थॉमस स्टे अवे दूर रहा न्यूयॉर्क सिटी तो। न्यूयॉर्क सिटी तो किन्ना समा दूर रहा। याद करो कि ਥਾਮਸ ਆਇਆ ਕਿਉਂ ਸੀਗਾ ਬੈਂਕ। ਤਾਂ ਬੈਂਕ ਆਇਆ ਸੀਗਾ ਉਹ ਆਪਣੀ ਫੈਰਾਰੀ ਗੱਡੀ ਨੂੰ ਪਾਰਕ ਕਰਨ ਲਈ। ਇਹ ਸਾਨੂੰ ਪਤਾ ਹੈ, ਅਸੀਂ ਸਾਰੀ ਸਟੋਰੀ ਪੜ੍ਹੀ ਹੈ। ਤਾਂ ਉਸਨੇ ਬਾਹਰ ਜਾਣਾ ਸੀਗਾ, ਵਿਦੇਸ਼ ਜਾਣਾ ਸੀ, ਤਾਂ ਉਸਨੂੰ ਫੈਰਾਰੀ ਗੱਡੀ ਦੀ ਚਿੰਤਾ ਸੀ ਵੀ ਜੇ ਮੈਂ ਘਰੇ ਰੱਖੀ ਤਾਂ ਇਹ ਚੋਰੀ ਹੋ ਸਕਦੀ ਹੈ, ਬਾਹਰ ਅੰਦਰ ਖੜੀ ਕੀਤੀ ਤਾਂ ਇਸ ਤੇ ਨੁਕਸਾਨ ਹੋ ਸਕਦਾ ਹੈ। ਤਾਂ ਉਸਨੇ ਸੋਚਿਆ ਕਿ ਬੈਂਕ ਕੋਲ ਹੀ ਪਾਰਕ ਕਰਿਆ ਮੈਂ, ਇਸ ਤੇ ਮੈਂ ਲੋਨ ਲੈ ਲੈਣਾ ਤੇ ਇਸ ਤਰੀਕੇ ਦੇ ਨਾਲ ਉਹਨੇ ਪੂਰੀ ਸਕੀਮ ਲਾਈ ਸੀ। ਤਾਂ ਉਹ ਕਿੰਨੀ ਦੇਰ ਲਈ ਬਾਹਰ ਗਿਆ ਸੀ, ਇਹ ਕੁਐਸਚਨ ਹੈ ਜੀ। ਤਾਂ ਬੱਚੇ ਉਹ 2 ਹਫ਼ਤਿਆਂ ਦੇ ਲਈ ਬਾਹਰ ਗਿਆ ਸੀਗਾ। ਥਾਮਸ ਸਟੇਡ ਅਵੇ ਫਰੋਮ ਨਿਊਯਾਰਕ ਸਿਟੀ ਫॉर 2 ਵੀਕਸ। ਜੇਕਰ ਤੁਸੀਂ 2 ਵੀਕਸ ਵੀ ਲਿਖਿਆ ਹੋ ਨਾ, ਸਿੰਪਲ 2 ਵੀਕਸ, ਤਾਂ ਵੀ ਤੁਹਾਨੂੰ 1 ਨੰਬਰ ਮਿਲ ਜਾਏਗਾ। ਤਾਂ ਪੂਰੀ ਲਾਈਨ ਲਿਖਣ ਦੀ ਲੋੜ ਨਹੀਂ ਹੈ, 2 ਵੀਕਸ ਲਿਖਿਆ ਹੋ ਜੀ, ਕਿਉਂਕਿ ਉਹਨਾਂ ਨੇ ਸਮਾਂ ਪੁੱਛਿਆ ਤੇ ਤੁਸੀਂ ਸਮਾਂ ਦੱਸਤਾ ਕਿ 2 ਹਫ਼ਤੇ ਲਈ ਬਾਹਰ ਗਿਆ ਸੀ। ਥਾਮਸ ਪੇ ਡੈਸ਼ ਐਜ਼ ਐਨ ਇੰਟਰਸਟ। ਯਾਦ ਕਰੋ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਪ੍ਰੀ ਬੋਰਡ ਵਾਲੇ ਪੇਪਰ ਚ ਪਾਇਆ ਸੀ ਤੇ ਬਹੁਤ ਸਾਰੇ ਬੱਚੇ ਗਲਤ ਕਰਕੇ ਆਏ ਨੇ, ਕੁਝ ਬੱਚੇ ਠੀਕ ਵੀ ਕਰਕੇ ਆਏ ਨੇ। ਤਾਂ ਥਾਮਸ ਨੇ ਕਿੰਨਾ ਵਿਆਜ ਅਦਾ ਕੀਤਾ ਸੀ। $5000 ਉਸਨੇ ਲਏ ਸੀ ਬੈਂਕ ਤੋਂ, 2 ਹਫ਼ਤਿਆਂ ਦੀ ਲਈ ਲਏ ਸੀ। ਤਾਂ ਉਹ 2 ਹਫ਼ਤਿਆਂ ਤੋਂ ਬਾਅਦ ਉਸਨੇ ਕਿੰਨਾ ਵਿਆਜ $5000 ਤੇ ਅਦਾ ਕੀਤਾ ਸੀ। ਤਾਂ $15 ਕੀਤੇ ਸੀ ਬੱਚੇ। ਹੁਣ ਇੱਥੇ ਧਿਆਨ ਰੱਖੋ, ਏ ਦੇ ਵਿੱਚ $15 ਹੈ, ਬੀ ਦੇ ਵਿੱਚ ₹15 ਹੈ। ਆ ਤਾਂ ਨੈਚੁਰਲੀ ਗਲਤ ਨੇ ਦੋਨੇ, 50 ਤਾਂ ਹੈ ਹੀ ਨਹੀਂ ਸੀ। ਹੁਣ ਕਈ ਬੱਚੇ ਕੀ ਕਰਦੇ ਆ ਨਾ, ਜਲਦਬਾਜ਼ੀ ਦੇ ਵਿੱਚ ਆ ਰੁਪੀਜ਼ ਵਾਲੇ ਤੇ ਟਿਕ ਲਾ ਜਾਂਦੇ ਆ 15 ਦੇਖ ਕੇ, ਜਦ ਕਿ ਉਹ ਇਹ ਨਹੀਂ ਦੇਖਦੇ ਕਿ $15 ਸੀ। ਇਹ ਨਿਊਯਾਰਕ ਦੀ ਗੱਲ ਆ ਬੇਟਾ, ਨਿਊਯਾਰਕ ਚ ਰੁਪਏ ਨਹੀਂ ਚੱਲਦੇ, ਉੱਥੇ ਡਾਲਰ ਚੱਲਦੇ। ਇਸ ਕਰਕੇ ਧਿਆਨ ਰੱਖਣਾ, ਜਲਦਬਾਜ਼ੀ ਨਹੀਂ ਕਰਨੀ। ਮਲਟੀਪਲ ਚੁਆਇਸ ਕੁਐਸਚਨ ਦੇ ਵਿੱਚ ਨਾ ਗਲਤੀ ਹੋਣ ਦੇ ਚਾਂਸਿਸ ਜ਼ਿਆਦਾਤਰ ਇਸ ਗੱਲ ਦੇ ਹੁੰਦੇ ਆ ਕਿ ਆਪਾਂ ਜਲਦਬਾਜ਼ੀ ਕਰ ਲੈਂਦੇ। ਹਮੇਸ਼ਾ ਪਹਿਲਾਂ ਕੁਐਸਚਨ ਨੂੰ ਪੜੋ, ਧਿਆਨ ਨਾਲ ਸਮਝੋ, ਫਿਰ ਆਨਸਰਸ ਵੀ ਇੱਕ ਵਾਰੀ ਚਾਰੇ ਦੇਖੋ। ਚਾਹੇ ਤੁਹਾਨੂੰ ਆਂਦਾ ਹੀ ਹੈ ਆਨਸਰ, ਚਾਹੇ ਤੁਹਾਨੂੰ ਆਨਸਰ ਇਹਦਾ ਡਾਇਰੈਕਟਲੀ ਆਂਦਾ, ਲੇਕਿਨ ਫਿਰ ਵੀ ਮੈਂ ਇੱਕ ਵਾਰੀ ਸੁਜੈਸਟ ਕਰੂੰਗਾ ਬੇਟਾ ਕਿ ਤੁਸੀਂ ਚਾਰੇ ਆਨਸਰਸ ਇੱਕ ਵਾਰੀ ਜ਼ਰੂਰ ਦੇਖਣੇ ਆ। ਕਿਉਂਕਿ ਕਈ ਵਾਰੀ ਨਾ ਜਲਦਬਾਜ਼ੀ ਦੇ ਵਿੱਚ ਆਪਾਂ, ਜਿਵੇਂ ਆਹ ਦੇਖੋ ਇੱਥੇ ਹੁਣ ਇਹ ਗਲਤੀ ਹੋ ਸਕਦੀ ਹੈ ਇਹਨਾਂ ਦੋਨਾਂ ਆਨਸਰਸ ਤੋਂ। ਤਾਂ ਅਸਲੀ ਆਨਸਰ ਇਹਦਾ ਇਹ ਹੈ ਜੀ ਕਿ $15 ਪੇ ਕੀਤੇ ਸੀ, ਨਾ ਕਿ ਉਹਨੇ ₹15, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਅੱਛਾ, ਇਸ ਚੈਪਟਰ ਦੇ ਵਿੱਚ ਨਾ 3 ਕੁਐਸਚਨ ਬੜੇ ਇੰਪੋਰਟੈਂਟ ਹੈ ਕਿ ਕਿੰਨਾ ਪੈਸਾ ਉਧਾਰ ਲਿਆ। ਸਾਨੂੰ ਪਤਾ ਹੈ $5000 ਉਹਨੇ ਉਧਾਰ ਲਿਆ। ਤਾਂ ਇੱਕ ਤਾਂ ਕੁਐਸਚਨ ਇਹ ਬੇਟਾ ਬੜਾ ਇੰਪੋਰਟੈਂਟ ਹੈ ਜਿਹੜਾ ਅਸੀਂ ਪਹਿਲਾਂ ਕੀਤਾ ਹੈ। ਕਿੰਨੇ ਸਮੇਂ ਲਈ ਗਿਆ ਉਹ ਬਾਹਰ, 2 ਵੀਕਸ ਲਈ ਗਿਆ, ਜਿਹੜਾ ਕਿ ਅਸੀਂ ਉੱਪਰ ਕੀਤਾ ਹੈ। 2 ਵੀਕਸ ਲਈ ਉਹ ਬਾਹਰ ਗਿਆ ਸੀਗਾ। ਤੇ ਇਹ ਲਿਖਣ ਚ ਪ੍ਰੋਬਲਮ ਆ ਰਹੀ ਹੈ ਅੱਜ, ਚਲੋ ਕੋਈ ਨਾ, ਸਮਝ ਲਿਓ। ਤੇ ਤੀਸਰਾ ਹੈ ਸਾਡਾ ਕਿ ਕਿੰਨਾ ਵਿਆਜ ਉਸਨੇ ਅਦਾ ਕੀਤਾ, $15 ਉਸਨੇ, ਡਾਲਰ ਦਾ ਵੀ ਸਾਈਨ ਮੂਰੇ ਪਾਣਾ, ਪਿੱਛੇ ਨਹੀਂ ਪਾਣਾ ਹੁੰਦਾ। ਤਾਂ ਤੁਸੀਂ ਇਸ ਤਰ੍ਹਾਂ ਇਹ 3 ਜਿਹੜੇ ਕੁਐਸਚਨ ਹੈ ਬੇਟਾ, ਇਹ ਜ਼ਰੂਰ ਯਾਦ ਕਰ ਲੈਣੇ ਆ। ਤਿੰਨਾਂ ਦੇ ਵਿੱਚੋਂ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ। 10ਵਾਂ ਕੁਐਸਚਨ ਵੀ ਇੰਪੋਰਟੈਂਟ ਹੈ ਕਿ ਵਟ ਵਾਸ ਦਾ ਬ੍ਰਾਂਡ ਆਫ ਥਾਮਸ ਕਾਰ, ਕਿ ਥਾਮਸ ਦੀ ਕਾਰ ਕਿਹੜੇ ਬ੍ਰਾਂਡ ਦੀ ਸੀ, ਕਿਹੜੀ ਕੰਪਨੀ ਦੀ ਸੀ। ਤਾਂ ਸਾਨੂੰ ਸਭ ਨੂੰ ਪਤਾ ਬੱਚਿਓ, ਇਟ ਵਾਸ ਅ ਫੈਰਾਰੀ। ਤਾਂ ਇਹ ਫੈਰਾਰੀ ਸੀ। ਜੇਕਰ ਜੇਕਰ ਸਿਰਫ ਤੁਸੀਂ ਫੈਰਾਰੀ ਲਿਖਿਆ ਹੋਣਾ ਤਾਂ ਇਹ ਵੀ ਠੀਕ ਹੈ ਕਿ ਫੈਰਾਰੀ ਕਾਰ ਉਸਨੇ ਉਸ ਦੀ ਸੀਗੀ ਜਿਹੜੀ ਕਿ ਉਸਨੇ ਬੈਂਕ ਕੋਲੇ ਗਿਰਵੀ ਰੱਖੀ ਸੀਗੀ 2 ਹਫ਼ਤਿਆਂ ਦੇ ਲਈ। 11th ਹੈ ਜੀ ਕਿ ਹੂ ਇੰਟਰੋਡਿਊਸਡ ਡੇ ਐਂਡ ਨਾਈਟ ਮੈਚਿਸ ਇਨ ਕ੍ਰਿਕਟ। ਕ੍ਰਿਕਟ ਦੇ ਵਿੱਚ ਡੇ ਐਂਡ ਨਾਈਟ ਮੈਚਿਸ ਕਿਸਨੇ ਇੰਟਰੋਡਿਊਸ ਕੀਤੇ, ਮਤਲਬ ਸਭ ਤੋਂ ਪਹਿਲਾਂ ਕ੍ਰਿਕਟ ਦੇ ਵਿੱਚ ਜਿਹੜੇ ਦਿਨ ਰਾਤ ਵਾਲੇ ਮੈਚ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਕਿਹਨੇ ਚਲਾਏ ਸੀਗੇ, ਇਹ ਸੁਜੈਸ਼ਨ ਕਿਹਨੇ ਦਿੱਤੀ ਸੀ। ਤਾਂ ਬੱਚਿਓ ਇਹ ਆਪਾਂ ਚੈਪਟਰ ਦੇ ਵਿੱਚ ਪੜ੍ਹਿਆ। ਜਿਹੜੇ ਬੱਚੇ ਕ੍ਰਿਕਟ ਦਾ ਨੌਲੇਜ ਰੱਖਦੇ ਨੇ, ਖਾਸ ਤੌਰ ਤੇ ਮੁੰਡੇ ਤਾਂ ਰੱਖਦੇ ਹੋਣਗੇ, ਤਾਂ ਪਹਿਲਾਂ ਜਿਹੜੇ ਵਨਡੇ ਮੈਚ ਹੁੰਦੇ ਸੀਗੇ ਨਾ 50-50 ਓਵਰਸ ਵਾਲੇ, ਇਹ ਦਿਨ ਚ ਹੀ ਹੁੰਦੇ ਸੀਗੇ। ਇਹ ਸਵੇਰੇ 9-10 ਵਜੇ ਮੈਚ ਸਟਾਰਟ ਹੁੰਦਾ ਸੀ, 4-5 ਵਜੇ ਨੂੰ ਖਤਮ ਹੋ ਜਾਂਦੇ। ਲੇਕਿਨ ਅੱਜ ਕੱਲ ਜਿਹੜੇ ਬੇਟਾ, ਜੇ ਤੁਸੀਂ ਜਾਣਦੇ ਹੋ ਈਵਨ ਕਿ ਹੁਣੀ ਪਿੱਛੇ ਜਿਹੜੇ ਮੈਚ ਹੋਏ ਹੈ ਇੰਡੀਆ ਦੇ, ਉਹ ਵਨਡੇ ਮੈਚਿਸ ਸੀਗੇ। ਮਤਲਬ ਡੇ ਐਂਡ ਨਾਈਟ, ਸੌਰੀ, ਮੈਚਿਸ ਸੀਗੇ ਉਹ, ਜਿਹੜੇ ਕਿ ਸ਼ਾਮ ਨੂੰ ਕਈ ਵਾਰੀ ਦੁਪਹਿਰ ਨੂੰ 2 ਵਜੇ ਸਟਾਰਟ ਹੁੰਦੇ ਆ। ਪਹਿਲਾਂ ਤਾਂ 4 ਵਜੇ ਵੀ ਸਟਾਰਟ ਹੁੰਦੇ ਸੀ, ਅੱਜ ਕੱਲ ਉਹ 1:30-2 ਵਜੇ ਸਟਾਰਟ ਹੋ ਜਾਂਦੇ ਆ ਤੇ ਫਿਰ ਉਹ 8-9 ਵਜੇ ਤੱਕ ਚੱਲਦੇ ਆ। ਤਾਂ ਇਸ ਤਰੀਕੇ ਦਾ ਜਿਹੜਾ ਇਹ ਚੇਂਜ ਹੋਇਆ ਸੀ ਵਨਡੇ ਕ੍ਰਿਕਟ ਮੈਚਿਸ ਦੇ ਵਿੱਚ, ਕ੍ਰਿਕਟ ਦੇ ਮੈਚਾਂ 'ਚ, ਇਹ ਸਭ ਤੋਂ ਪਹਿਲਾਂ ਕਿਸਨੇ ਸਟਾਰਟ ਕੀਤਾ ਸੀ। ਤਾਂ ਬੇਟਾ ਇੱਥੇ ਤੁਸੀਂ ਇੱਕ ਨਾਮ ਯਾਦ ਰੱਖਣਾ ਹੈ, ਕੈਰੀ ਪੈਕਰ। ਕੈਰੀ ਪੈਕਰ ਇਨਸਾਨ ਸੀਗਾ ਜੀ ਜਿਸਨੇ ਸਭ ਤੋਂ ਪਹਿਲਾਂ ਵਨਡੇ ਜਿਹੜੇ ਕ੍ਰਿਕਟ ਮੈਚ ਸੀਗੇ ਉਹ ਡੇ ਐਂਡ ਨਾਈਟ ਦੇ ਵਿੱਚ ਸਟਾਰਟ ਕੀਤੇ ਸੀ। ਮਤਲਬ ਉਹ 3-4 ਵਜੇ ਚੱਲਦੇ ਸੀ ਤੇ ਰਾਤ ਤੱਕ ਉਹ 10-11 ਵਜੇ ਤੱਕ ਚੱਲਦੇ ਰਹਿੰਦੇ ਸੀ। ਤਾਂ ਕੈਰੀ ਪੈਕਰ ਦਾ ਬੇਟਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ।
12th है जी कि डैश एक्सपेरिमेंटेड विद टू डिफरेंट कैप्टन्स फॉर द टेस्ट एंड वनडे मैचेस। क्वेश्चन समझो, ਇੱਥੇ ਫਿਰ ਇੱਕ ਦੇਸ਼ ਦਾ ਨਾਮ ਪੁੱਛਿਆ ਗਿਆ ਹੈ ਕਿ ਇਸ ਦੇਸ਼ ਨੇ ਕੀ ਕੀਤਾ ਕਿ ਦੋ ਡਿਫਰੈਂਟ ਕੈਪਟਨ ਬਣਾਏ, ਅਲੱਗ-ਅਲੱਗ ਦੋ ਕਪਤਾਨ ਬਣਾਏ ਆਪਦੇ, ਕਾਦੇ ਲਈ? ਟੈਸਟ ਮੈਚ ਦੇ ਅਤੇ ਵਨਡੇ ਮੈਚ ਦੇ। ਤਾਂ ਬੇਟਾ ਕ੍ਰਿਕਟ ਦੇ ਵਿੱਚ ਨਾ ਤਿੰਨ ਤਰ੍ਹਾਂ ਦੇ ਮੈਚ ਹੁੰਦੇ ਆ। ਜਿਹੜੇ ਬੱਚੇ ਕ੍ਰਿਕਟ ਖੇਡਦੇ ਆ ਉਹਨਾਂ ਨੂੰ ਤਾਂ ਪਤਾ ਹੈ। ਦੇਖੋ, ਟੈਸਟ ਮੈਚ ਹੁੰਦਾ ਜੋ 5 ਡੇਜ਼ ਚੱਲਦਾ, ਕਿਸੇ ਟਾਈਮ 'ਚ 7 ਡੇਜ਼ ਚੱਲਦੇ ਹੁੰਦੇ ਸੀ, ਅੱਜ ਕੱਲ ਦਾ 5 ਡੇਜ਼ ਚੱਲਦਾ। ਹੁਣ ਇੰਡੀਆ ਦੀ ਵਿਜ਼ਿਟ ਤੇ ਆਸਟ੍ਰੇਲੀਆ ਦੀ ਟੀਮ ਆਈ ਥਿੰਕ 2-4 ਦਿਨਾਂ ਦੇ ਵਿੱਚ ਟੈਸਟ ਮੈਚ ਸ਼ੁਰੂ ਹੋਣ ਵਾਲੇ, ਤਾਂ 5-5 ਦਿਨ ਦੇ ਹੋਣਗੇ ਉਹ। ਤਾਂ ਇਹ ਤਾਂ ਸੀਗੇ ਜੀ ਟੈਸਟ ਮੈਚ ਜਿਹੜੇ 5 ਦਿਨ ਚੱਲਦੇ ਆ। ਵਨਡੇ ਮੈਚ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈ, 50-50 ਓਵਰਸ ਦੇ ਮੈਚ ਹੁੰਦੇ ਆ ਜੋ ਇੱਕ ਦਿਨ ਦੇ ਵਿੱਚ ਖਤਮ ਹੋ ਜਾਂਦੇ ਆ, ਜਾਂ ਹਾਫ ਆਫ ਦਾ ਡੇ ਚੱਲਦੇ ਆ, ਮਤਲਬ ਆਫਟਰਨੂਨ ਚ ਚੱਲਦੇ ਆ ਤੇ ਇਵਨਿੰਗ ਜਾਂ ਥੋੜਾ ਜਿਹਾ ਨਾਈਟ ਚ ਖਤਮ ਹੋ ਜਾਂਦੇ ਆ। ਇਹ ਵਨਡੇ ਮੈਚ ਹੁੰਦੇ ਆ। ਅੱਜ ਕੱਲ ਇੱਕ ਹੋਰ ਤਰ੍ਹਾਂ ਦੇ ਮੈਚ ਵੀ ਚੱਲ ਗਏ ਜਿਸ ਨੂੰ ਆਪਾਂ T20 ਮੈਚਸ ਕਹਿੰਦੇ ਆ, ਜੋ 20 ਓਵਰਾਂ ਦੇ ਹੁੰਦੇ ਆ, ਹਨਾ। ਇਹ ਤਾਂ ਚੱਲਦੀ ਸ਼ਾਮ ਨੂੰ ਹੈ, 7-7:30 ਵਜੇ ਚੱਲਦੇ ਆ, 3 ਘੰਟੇ ਚ ਮੈਚ ਖਤਮ ਹੋ ਜਾਂਦਾ ਹੈ। ਪਰ ਇੱਕ ਦੇਸ਼ ਨੇ ਕੀ ਕਰਿਆ, ਆਪਣੀ ਜਿਹੜੀ ਦੇਸ਼ ਦੀ ਕ੍ਰਿਕਟ ਦੀ ਟੀਮ ਸੀ ਉਹਦਾ ਟੈਸਟ ਮੈਚ ਦਾ ਕਪਤਾਨ ਅਲੱਗ ਬਣਾਇਆ ਤੇ ਵਨਡੇ ਮੈਚ ਦਾ ਕਪਤਾਨ ਜਿਹੜਾ ਸੀ ਅਲੱਗ ਬਣਾਇਆ। ਤਾਂ ਸਭ ਤੋਂ ਪਹਿਲਾਂ ਇਹ ਤਜਰਬਾ ਕਿਹਨੇ ਕਰਿਆ ਸੀ? ਤਾਂ ਇਹ ਕਰਿਆ ਸੀਗਾ ਜੀ ਆਸਟ੍ਰੇਲੀਆ ਨੇ। ਆਸਟ੍ਰੇਲੀਆ ਦੀ ਟੀਮ ਨੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਿਆ ਸੀ। ਈਵਨ ਕਿ ਇੰਡੀਆ ਨੇ ਵੀ ਇਹ ਤਜਰਬਾ ਕਰਿਆ ਸੀ ਥੋੜੀ ਦੇਰ ਲਈ। ਇੰਡੀਆ ਦਾ ਵੀ ਕਪਤਾਨ ਟੈਸਟ ਮੈਚ ਦਾ ਹੋਰ ਸੀ ਤੇ ਵਨਡੇ ਮੈਚ ਦਾ ਹੋਰ ਸੀ, ਥੋੜੀ ਦੇਰ ਲਈ ਇਹਨਾਂ ਨੇ ਵੀ ਕਰਿਆ ਸੀ, ਲੇਕਿਨ ਸਭ ਤੋਂ ਪਹਿਲਾਂ ਇਹ ਕੰਮ ਆਸਟ੍ਰੇਲੀਆ ਨੇ ਕਰਿਆ ਸੀ। ਤਾਂ ਇਹ ਧਿਆਨ ਚ ਰੱਖਣਾ ਹੈ ਕਿ ਦੋ ਅਲੱਗ-ਅਲੱਗ ਕਪਤਾਨ ਕਿਹਨੇ ਬਣਾਏ ਸੀ, ਕਿਹੜੇ ਦੇਸ਼ ਨੇ? ਆਸਟ੍ਰੇਲੀਆ ਨੇ। ਤੇ ਹੂ ਇਜ਼ ਦੀ ਆਥਰ ਆਫ ਦਿਸ ਚੈਪਟਰ? ਇਸ ਚੈਪਟਰ ਦੇ ਆਥਰ ਕੌਣ ਨੇ? ਇਹਨਾਂ ਨੇ ਲਿਖਿਆ ਦਾ ਆਥਰ ਇਜ਼ ਅਨੋਨਿਮਸ ਅਨਨੋਨ ਇਟ ਇਜ਼ ਐਨ ਅਡੈਪਟਡ ਚੈਪਟਰ। ਮੈਂ ਇਸ ਦੇ ਨਾਲ ਨਾ ਆਨਸਰ ਦੇ ਨਾਲ ਸੈਟੀਸਫਾਈ ਨਹੀਂ ਹੈਗਾ। ਇਹ ਕਹਿੰਦੇ ਨੇ ਕਿ ਇਹਦਾ ਜਿਹੜਾ ਚੈਪਟਰ ਹੈ ਅਨੋਨਿਮਸ ਹੈ, ਪਤਾ ਨਹੀਂ ਹੈ, ਇਹ ਇੱਕ ਅਡਾਪਟਡ ਚੈਪਟਰ ਹੈ। ਜਿਹੜੀ ਆਹ ਵਾਲੀ ਲਾਈਨ ਹੈ ਇਹ ਤਾਂ ਠੀਕ ਹੈ ਕਿ ਇਟ ਇਜ਼ ਐਨ ਅਡੈਪਟਡ ਚੈਪਟਰ। ਅਡੈਪਟਡ ਚੈਪਟਰ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੈਪਟਰ ਦੇ ਵਿੱਚੋਂ ਲਿਆ ਗਿਆ, ਇਹ ਕਿਸੇ ਵੱਡੇ ਐਸੇ ਦੇ ਵਿੱਚੋਂ ਇਹ ਚੈਪਟਰ ਲਿਆ ਗਿਆ। ਲੇਕਿਨ ਮੇਰੇ ਹਿਸਾਬ ਨਾਲ ਤੁਸੀਂ ਬੇਟਾ ਇੱਥੇ ਐਡਵਰਡ ਡੇ ਬੂਨੋ ਲਿਖੋ, ਬਿਕੋਜ਼ ਉਹਨਾਂ ਦਾ ਲਿਖਿਆ ਹੋਇਆ ਚੈਪਟਰ। ਜੇ ਤੁਸੀਂ ਐਡਵਰਡ ਡੇ ਬੂਨੋ ਲਿਖੋਗੇ, ਇੱਥੇ ਮੈਂ ਲਿਖ ਕੇ ਦੇਖਦਾ ਜੀ ਮੇਰੇ ਤੋਂ ਲਿਖਿਆ ਜਾਵੇ, ਪਹਿਲਾਂ ਵੀ ਉੱਪਰ ਆਇਆ ਵੈਸੇ ਇਹਦਾ ਨਾਮ ਐਡਵਰਡ ਡੇ ਬੂਨੋ, ਤਾਂ ਤੁਸੀਂ ਉੱਥੋਂ ਦੇ ਸਕਦੇ ਹੋ। ਐਡਵਰਡ ਡੇ ਬੂਨੋ ਜਿਹੜਾ ਤੁਹਾਨੂੰ ਮੈਂ ਕੁਐਸਚਨ ਲਿਖਾਇਆ ਉਹਦੇ ਵਿੱਚ ਵੀ ਇਹ ਸਪੈਲਿੰਗ ਪਾਏ ਹੋਏ ਆ, ਤਾਂ ਉਹ ਵਾਲੇ ਸਪੈਲਿੰਗ ਤੁਸੀਂ ਇੱਥੇ ਐਡਵਰਡ ਡੇ ਬੂਨੋ ਪਾ ਲਓ। ਜੇ ਤੁਸੀਂ ਐਡਵਰਡ ਡੇ ਬੂਨੋ ਪਾ ਕੇ ਆਓਗੇ ਨਾ, ਗਲਤ ਨਹੀਂ ਹੁੰਦਾ, ਇਹ ਗਲਤ ਨਹੀਂ ਹੁੰਦਾ। ਪਰ ਜੇਕਰ ਤੁਸੀਂ ਆਹ ਚੀਜ਼ ਪਾਏ ਨਾ, ਦਾ ਆਥਰ ਇਜ਼ ਅਨੋਨਿਮਸ, ਜੋ ਇਹਨਾਂ ਨੇ ਪਾਇਆ, ਤਾਂ ਦੇਖੋ ਮੈਂ ਤਾਂ ਆਨਸਰ ਦੇ ਦੂੰਗਾ, ਬਿਕੋਜ਼ ਇਹ ਜਿਹੜੀ ਹੈ ਉਹਦੇ ਉੱਪਰ ਲਿਖਿਆ ਹੋਇਆ, ਆਪਣੀ ਜਿਹੜੀ ਐਜੂਕੇਟ ਪੋਰਟਲ ਵਾਲੀ ਸਾਈਟ ਹੈ ਉਸ ਤੇ ਇਹਦਾ ਆਨਸਰ ਦਿੱਤਾ ਹੋਇਆ, ਤਾਂ ਮੈਂ ਤਾਂ ਬੱਚਿਆਂ ਨੂੰ ਮਾਰਕਸ ਦੇ ਦੂੰਗਾ ਜੇ ਮੈਂ ਕਦੇ ਚੈੱਕ ਕੀਤਾ। ਲੇਕਿਨ ਬੇਟਾ ਜੇਕਰ ਕੋਈ ਇਹ ਗਲਤ ਕਰ ਦਿੰਦਾ ਤਾਂ ਉਹ ਆਪਣੀ ਥਾਂ ਤੇ ਵੀ ਠੀਕ ਹੈ, ਕਿਉਂਕਿ ਇਹਦੇ ਚੈਪਟਰ ਦਾ ਜਿਹੜਾ ਰਾਈਟਰ ਹੈ ਉਹ ਸਾਨੂੰ ਕਲੀਅਰ ਕੱਟ ਲਿਖਿਆ ਹੋਇਆ ਪਿੱਛੇ ਕਿ ਐਡਵਰਡ ਡੇ ਬੂਨੋ। ਈਵਨ ਕਿ ਯਾਦ ਕਰੋ ਕਿ ਐਡਵਰਡ ਡੇ ਬੂਨੋ ਦੀ ਇੱਕ ਸਾਈਟ ਹੈ, ਵੈਬਸਾਈਟ ਦਾ ਮੈਂ ਐਡਰੈਸ ਵੀ ਤੁਹਾਨੂੰ ਦੱਸਿਆ ਸੀ, ਉਸ ਵੈਬਸਾਈਟ ਤੇ ਇਹ ਆਰਟੀਕਲ ਅੱਜ ਵੀ ਪਿਆ। ਤਾਂ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਵਾਲਾ ਸਾਰਾ ਆਰਟੀਕਲ ਪੜ੍ਹ ਸਕਦੇ ਹੋ। ਇਹਦੇ ਨਾਲ ਹੋਰ ਵੀ ਕਾਫੀ ਇਦਾਂ ਦੀਆਂ ਉਹਨੇ ਸਟੋਰੀਜ਼ ਲਿਖੀਆਂ ਹੋਈਆਂ, ਤਾਂ ਅਸੀਂ ਇੱਥੇ ਐਡਵਰਡ ਡੇ ਬੂਨੋ ਲਿਖ ਸਕਦੇ। ਤਾਂ ਤੁਸੀਂ ਜੇਕਰ ਇਹ ਕੁਐਸਚਨ ਆਉਂਦਾ ਹੈ ਕਿ ਹੂ ਇਜ਼ ਦੀ ਆਥਰ ਆਫ ਦਾ ਚੈਪਟਰ, ਤਾਂ ਤੁਸੀਂ ਇਹ ਵਾਲਾ ਆਨਸਰ ਲਿਖਿਆ। 14th ਹੈ ਜੀ ਕਿ ਨਾਊਅਡੇਜ਼ ਡੈਸ਼ ਮੈਚਸ ਹੈਵ ਬਿਕਮ ਵੈਰੀ ਪਪੂਲਰ ਇਨ ਕ੍ਰਿਕਟ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੁਣ ਕ੍ਰਿਕਟ ਦੇ ਵਿੱਚ ਇੱਕ ਤੀਸਰੇ ਤਰ੍ਹਾਂ ਦੇ ਮੈਚ ਚੱਲ ਪਏ। ਨਾਊਅਡੇਜ਼ ਦਾ ਮਤਲਬ ਹੁੰਦਾ ਅੱਜ ਕੱਲ, ਕਿ ਅੱਜ ਕੱਲ ਕ੍ਰਿਕਟ ਦੇ ਵਿੱਚ ਕਿੱਦਾਂ ਦੇ ਮੈਚ ਚੱਲ ਪਏ ਜੀ? ਤਾਂ ਇਹ T20 ਮੈਚਸ ਚੱਲੇ ਆ ਬੱਚਿਓ। ਇਹ T20 ਮੈਚਸ ਕੀ ਹੁੰਦੇ ਆ ਕਿ 20-20 ਓਵਰਸ ਦੇ ਹੁੰਦੇ, ਜਿਵੇਂ ਵਨਡੇ ਮੈਚ 50-50 ਓਵਰਸ ਦੇ ਹੁੰਦੇ ਆ, ਤੇ ਟੈਸਟ ਮੈਚ ਦਾ ਓਵਰਾਂ ਦੀ ਕੋਈ ਕਮੀ ਨਹੀਂ ਹੁੰਦੀ, ਜਿੰਨੇ ਮਰਜ਼ੀ ਹੋ ਸਕਦੇ। ਤੇ T20 ਮੈਚਸ ਅੱਜ ਕੱਲ ਚੱਲ ਪਏ, ਬਹੁਤ ਜ਼ਿਆਦਾ ਪਪੂਲਰ ਹੈ। ਪਿੱਛੇ ਜੇ ਟੈਸਟ ਇਹਨਾਂ ਦਾ ਸੌਰੀ T20 ਵਰਲਡ ਕੱਪ ਵੀ ਹੋਇਆ ਸੀ। ਹੁਣ ਪਿੱਛੇ ਜੇ ਤੁਹਾਨੂੰ ਪਤਾ ਹੋਵੇ ਤਾਂ 3-4 ਦਿਨ ਪਹਿਲਾਂ ਕੁੜੀਆਂ ਨੇ ਅੰਡਰ 19 ਦਾ ਜਿਹੜਾ T20 ਵਰਲਡ ਕੱਪ ਸਾਡੀ ਇੰਡੀਆ ਨੇ ਜਿੱਤਿਆ, ਤੇ ਉਹਦੇ ਵਿੱਚ ਪਟਿਆਲੇ ਦੀ ਵੀ ਇੱਕ ਲੜਕੀ ਹੈ। ਤਾਂ ਤੁਸੀਂ ਦੇਖੋ ਕਿ 19 ਸਾਲ ਦੀ ਲੜਕੀ ਨਹੀਂ ਹੈ ਉਹ ਅਜੇ, ਤੇ ਉਹਨਾਂ ਨੇ ਇਹ T20 ਦਾ ਵਰਲਡ ਕੱਪ ਜਿੱਤੇ। ਤਾਂ T20 ਮੈਚਸ ਤੁਸੀਂ ਇੱਥੇ ਲਿਖਣਾ ਹੈ ਕਿ ਅੱਜ ਕੱਲ ਇਹ ਪਪੂਲਰ ਹੋਏ ਹੋਏ ਆ। 15ਵਾਂ ਹੈ ਦਾ ਫੈਰਾਰੀ ਕਾਰ ਵਾਜ਼ ਪਾਰਕਡ ਇਨ ਦਾ ਬੈਂਕਸ ਡੈਸ਼ ਗਰਾਜ ਫॉर ਸੇਫਟੀ। ਤਾਂ ਬੈਂਕ ਦੇ ਡੈਸ਼ ਗਰਾਜ ਦੇ ਵਿੱਚ ਸੇਫਟੀ ਦੇ ਤੌਰ ਤੇ ਫੈਰਾਰੀ ਕਾਰ ਨੂੰ ਪਾਰਕ ਕਰ ਦਿੱਤਾ ਗਿਆ ਸੀ। ਚੈਪਟਰ ਮੈਂ ਜਦੋਂ ਤੁਹਾਨੂੰ ਸਮਝਾਇਆ ਸੀ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਬੈਂਕ ਵਾਲਿਆਂ ਨੇ ਬੜਾ ਸਾਂਭ ਸੰਭਾਲ ਕੇ ਰੱਖਿਆ ਸੀ ਇਸ ਦੀ ਫੈਰਾਰੀ ਕਾਰ ਨੂੰ। ਤਾਂ ਉਹਨਾਂ ਨੇ ਪਾਰਕ ਕਿੱਥੇ ਕੀਤੀ ਸੀ ਜੀ? ਗਰਾਜ 'ਚ ਕੀਤੀ ਸੀ। ਗਰਾਜ ਤੁਹਾਨੂੰ ਪਤਾ ਜਿੱਥੇ ਕਾਰ ਨੂੰ ਖੜਾ ਕੀਤਾ ਜਾਂਦਾ, ਤੇ ਉਹ ਗਰਾਜ ਕਿੱਥੇ ਬਣਿਆ ਹੋਇਆ ਸੀਗਾ? ਉਸ ਬਿਲਡਿੰਗ ਦੇ ਅੰਡਰਗਰਾਉਂਡ, ਮਤਲਬ ਕਿ ਨਿਚਲੇ ਪਾਸੇ, ਜਿਹਨੂੰ ਆਪਾਂ ਬੇਸਮੈਂਟ ਕਹਿ ਦਿੰਦੇ ਆ, ਤਾਂ ਉੱਥੇ ਬਣਿਆ ਹੋਇਆ ਸੀ।
ਤੇ ਇੱਥੇ ਤੁਸੀਂ ਅੰਡਰਗਰਾਉਂਡ ਪਾਣਾ ਹੈ, ਅੰਡਰਗਰਾਉਂਡ ਨੀਚੇ। 16ਵਾਂ ਹੈ ਦ ਗਰਲ ਇੰਟੈਲੀਜੈਂਟ, ਦ ਗਰਲ ਇੰਟੈਲੀਜੈਂਟ ਵਨ ਐਂਡ ਚੇਂਜਡ। ਇੰਟੈਲੀਜੈਂਟ ਵਨ, ਇੱਥੇ ਮੇਰੇ ਹਿਸਾਬ ਨਾਲ ਇੱਥੇ ਨਾ ਇੰਟੈਲੀਜੈਂਟਲੀ ਆਣਾ ਚਾਹੀਦਾ ਸੀ, ਚਲੋ ਕੋਈ ਗੱਲ ਨਹੀਂ। ਦ ਗਰਲ ਇੰਟੈਲੀਜੈਂਟਲੀ ਵਨ ਐਂਡ ਚੇਂਜਡ। ਇੱਥੇ ਇਹਨਾਂ ਨੇ ਵੈਸੇ ਇਦਾਂ ਦਾ ਕੁਐਸਚਨ ਮੇਰੇ ਹਿਸਾਬ ਨਾਲ ਪੇਪਰ 'ਚ ਨਹੀਂ ਆਉਣਾ ਚਾਹੀਦਾ, ਇਹ ਥੋੜਾ ਜਿਹਾ ਲਾਈਨ ਇੱਥੇ ਲਿਖਣੀ ਪਏਗੀ ਸਾਨੂੰ ਯਾਦ ਕਰਕੇ। ਚਲੋ ਮੈਂ ਸਮਝਾ ਦਿੰਦਾ ਕਿ ਜਿਹੜੀ ਲੜਕੀ ਹੈ, ਪਹਿਲੀ ਸਟੋਰੀ ਦੀ ਗੱਲ ਹੈ ਜੀ, ਕਿ ਲੜਕੀ ਇੰਟੈਲੀਜੈਂਟਲੀ ਜਿੱਤ ਗਈ, ਮਤਲਬ ਉਹਨੇ ਹੁਸ਼ਿਆਰੀ ਨਾਲ ਜਿੱਤ ਗਈ ਅਤੇ ਉਸਨੇ ਚੇਂਜ ਕਰਤਾ, ਉਸਨੇ ਬਦਲ ਦਿੱਤਾ। ਕਿਵੇਂ? ਇੱਕ ਇੰਪੋਸੀਬਲ ਸਿਚੁਏਸ਼ਨ ਨੂੰ ਇੱਕ ਐਡਵਾਂਟੇਜੀਅਸ ਦੇ ਵਿੱਚ। ਦੇਖੋ ਉਸਦੀ ਜਿਹੜੀ ਸਿਚੁਏਸ਼ਨ ਸੀ ਇੰਪੋਸੀਬਲ ਸੀ, ਸਾਨੂੰ ਪਤਾ ਹੈ, ਕਾਲਾ ਪੱਥਰ ਚਿੱਟਾ ਪੱਥਰ, ਮੈਂ ਤੁਹਾਨੂੰ ਸਾਰਾ ਸਮਝਾਇਆ ਹੋਇਆ, ਬਲੈਕ ਪੈਪਲ ਵਾਈਟ ਪੈਪਲ ਹੈ ਨਾ। ਤਾਂ ਉਸਨੇ ਤਾਂ ਜਿਹੜਾ ਸ਼ਾਹੂਕਾਰ ਸੀ ਦੋਨੇ ਹੀ ਬਲੈਕ ਪੈਪਲ ਪਾ ਲਏ ਸੀ ਝੋਲੇ 'ਚ ਅੱਖ ਬਚਾ ਕੇ, ਪਰ ਲੜਕੀ ਨੇ ਦੇਖ ਲਿਆ ਸੀ। ਉਸ ਤੋਂ ਬਾਅਦ ਉਸਨੇ ਫਿਰ ਲੱਗਦਾ ਤਾਂ ਐ ਸੀਗਾ ਕਿ ਜਿਹੜੀ ਸਿਚੁਏਸ਼ਨ ਹੈ, ਹਾਲਾਤ ਹੈ ਜਿਹੜੀ ਲੜਕੀ ਦੇ, ਇਹ ਤਾਂ ਲੜਕੀ ਵਿਚਾਰੀ ਗਈ, ਇਹਨੂੰ ਤਾਂ ਹੁਣ ਵਿਆਹ ਕਰਾਉਣਾ ਹੀ ਪੈਣਾ ਹੈ ਆਪਣੇ ਬਾਪ ਨੂੰ ਬਚਾਉਣ ਦੇ ਲਈ। ਲੇਕਿਨ ਦੇਖੋ ਉਸਨੇ ਇਹ ਜਿਹੜੀ ਇੰਪੋਸੀਬਲ ਸਿਚੁਏਸ਼ਨ ਸੀ ਉਸ ਨੂੰ ਇਹਨੇ ਐਡਵਾਂਟੇਜੀਅਸ ਵਨ ਦੇ ਵਿੱਚ ਬਦਲ ਦਿੱਤਾ। ਐਡਵਾਂਟੇਜੀਅਸ ਦਾ ਮਤਲਬ ਹੁੰਦਾ ਹੈ ਕਿ ਜੋ ਉਹਦੇ ਹੱਕ 'ਚ ਭੁਗਤੀ। ਐਡਵਾਂਟੇਜੀਅਸ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਫਾਇਦਾ ਹੋ ਜੇ, ਤਾਂ ਕਿੱਥੇ ਤਾਂ ਸ਼ਾਹੂਕਾਰ ਨੂੰ ਫਾਇਦਾ ਹੋ ਰਿਹਾ ਸੀ, ਇੰਪੋਸੀਬਲ। ਇੱਥੇ ਇੰਪੋਸੀਬਲ ਸਿਚੁਏਸ਼ਨ ਦਾ ਮਤਲਬ ਕਿ ਜਿਹੜਾ ਮਨੀ ਲੈਂਡਰ ਸੀ ਉਹਨੂੰ ਫਾਇਦਾ ਹੋ ਰਿਹਾ ਸੀ, ਲੇਕਿਨ ਫਾਇਦਾ ਬਾਅਦ 'ਚ ਕਿਹਨੂੰ ਹੋ ਗਿਆ? ਲੜਕੀ ਨੂੰ ਹੋ ਗਿਆ, ਉਹਨੇ ਆਪਣੇ ਹੱਕ 'ਚ ਭੁਗਤਾ ਲਈ ਸਿਚੁਏਸ਼ਨ। ਤਾਂ ਬੇਟਾ ਇਹ ਜਿਹੜਾ ਆਨਸਰ ਹੈ ਥੋੜਾ ਜਿਹਾ ਯਾਦ ਕਰਕੇ ਲਿਖ ਲਿਓ, ਜੇਕਰ ਇਹ ਆ ਜਾਂਦਾ ਤਾਂ ਇਸ ਤਰ੍ਹਾਂ ਤੁਸੀਂ ਲਿਖਿਆ ਹੀ ਹੋ। 17ਵਾਂ ਹੈ ਜੀ ਕਿ ਵਾਟ ਡਿਡ ਦਾ ਗਰਲ ਨੋਟਿਸ, ਗਰਲ ਨੇ ਕੀ ਨੋਟਿਸ ਕੀਤਾ? ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਅੱਖ ਬਚਾ ਕੇ ਸ਼ਾਹੂਕਾਰ ਨੇ ਦੋਨੇ ਕਾਲੇ ਪੱਥਰ ਬੈਗ 'ਚ ਪਾ ਲਏ ਸੀ, ਹਾਲਾਂਕਿ ਡੀਲ ਤਾਂ ਇਹ ਹੋਈ ਸੀ ਨਾ ਕਿ ਇੱਕ ਕਾਲਾ ਪੱਥਰ ਪਾਊਗਾ, ਇੱਕ ਵਾਈਟ ਪੈਬਲ ਪਾਊਗਾ, ਲੇਕਿਨ ਉਹਨੇ ਦੋਨੇ ਹੀ ਬੈਗ 'ਚ ਪਾ ਲਏ ਸੀਗੇ। ਤੇ ਜੇਕਰ ਹੁਣ ਅੰਦਰੋਂ ਬੈਗ ਦੇ ਵਿੱਚੋਂ ਹੱਥ ਪਾ ਕੇ ਲੜਕੀ ਕੋਈ ਵੀ ਪੱਥਰ ਚੱਕਦੀ ਸੀ ਤਾਂ ਫਿਰ ਤਾਂ ਉਹ ਹਾਰੀ ਹਾਰੀ ਸੀ। ਤਾਂ ਇਹੀ ਕੁਐਸਚਨ ਹੈ ਜੀ, ਗਰਲ ਨੇ ਕੀ ਨੋਟਿਸ ਕੀਤਾ? ਦਾ ਗਰਲ ਨੋਟਿਸ ਦੈਟ ਦਾ ਮਨੀ ਲੈਂਡਰ ਹੈਡ ਪਿਕਡ ਅਪ ਟੂ ਬਲੈਕ ਪੈਬਲਸ ਐਂਡ ਪੁੱਟ them into the ਮਨੀ ਬੈਗ। ਤਾਂ ਗਰਲ ਨੇ ਨੋਟਿਸ ਕੀਤਾ ਸੀ ਕਿ ਮਨੀ ਲੈਂਡਰ ਨੇ, ਸ਼ਾਹੂਕਾਰ ਨੇ ਦੋ ਕਾਲੇ ਪੱਥਰ, ਪੈਬਲ ਦਾ ਮਤਲਬ ਹੁੰਦਾ ਬੇਟਾ ਛੋਟਾ ਪੱਥਰ, ਉਹਨੂੰ ਪੈਬਲਸ ਕਹਿੰਦੇ ਆ, ਕਿ ਦੋ ਕਾਲੇ ਪੱਥਰ ਉਸਨੇ ਚੱਕ ਲਏ ਅਤੇ ਉਸਨੇ ਮਨੀ ਬੈਗ ਦੇ ਵਿੱਚ, ਥੈਲੇ ਦੇ ਵਿੱਚ ਪਾ ਲਏ। ਸੇਮ ਆਹੀ ਲਾਈਨ ਬੇਟਾ ਜੇ ਤੁਹਾਨੂੰ ਯਾਦ ਹੋਵੇ ਮੈਂ ਲੌਂਗ ਆਂਸਰ ਟਾਈਪ ਕੁਐਸਚਨ ਦੇ ਵਿੱਚ ਲਿਖੀ ਹੋਈ ਹੈ, ਤਾਂ ਤੁਸੀਂ ਉਹ ਵਾਲੀ ਲਾਈਨ ਇੱਥੇ ਲਿਖ ਸਕਦੇ ਹੋ। 18ਵਾਂ ਹੈ ਦਾ ਗਰਲ ਐਂਡ ਥਾਮਸ ਦਾ ਮਿਲੀਅਨੇਅਰ ਬੋਥ ਯੂਜ਼ਡ ਡੈਸ਼ ਟੂ ਵਿਨ ਦਾ ਸਿਚੁਏਸ਼ਨ। ਇੰਪੋਰਟੈਂਟ ਕੁਐਸਚਨ ਹੈ ਕਿ ਗਰਲ ਤੇ ਥਾਮਸ, ਦੇਖੋ ਦੋ ਕਹਾਣੀ ਹੈ ਨਾ ਇਸ ਚੈਪਟਰ 'ਚ, ਇੱਕ ਲੜਕੀ ਦੀ ਹੈ ਇੱਕ ਥਾਮਸ ਦੀ ਹੈ। ਅੱਛਾ ਲੜਕੀ ਦਾ ਨਾਮ ਨਹੀਂ ਆਇਆ, ਇਹ ਸਾਨੂੰ ਪਤਾ ਹੈ, ਮੁੰਡੇ ਦਾ ਨਾਮ ਜ਼ਰੂਰ ਆਇਆ ਥਾਮਸ। ਤਾਂ ਜਿਹੜੀ ਲੜਕੀ ਹੈ ਤੇ ਥਾਮਸ ਹੈ, ਇਹਨਾਂ ਨੇ ਦੋਨਾਂ ਨੇ ਸਿਚੁਏਸ਼ਨ ਨੂੰ ਜਿੱਤਣ ਦੇ ਲਈ, ਹਾਲਾਤ ਨੂੰ ਜਿੱਤਣ ਦੇ ਲਈ ਕੀ ਚੀਜ਼ ਯੂਜ਼ ਕੀਤੀ ਜੀ? ਲੇਟਰਲ ਥਿੰਕਿੰਗ। ਤਾਂ ਲੇਟਰਲ ਥਿੰਕਿੰਗ ਪਾਈਓ, ਸਾਡਾ ਇੱਕ ਨੰਬਰ ਆ ਗਿਆ। ਤਾਂ ਲੇਟਰਲ ਥਿੰਕਿੰਗ ਉਹਨਾਂ ਨੇ ਯੂਜ਼ ਕੀਤੀ ਸੀ। ਤਾਂ ਨਿਊਯਾਰਕ ਇਜ਼ ਅ ਬਿਗ ਸਿਟੀ, ਇੱਥੇ ਆਰਟੀਕਲਸ ਦੇ ਵਿੱਚੋਂ ਪੁੱਛਿਆ ਗਿਆ ਏ ਐਨ ਔਰ ਦਾ, ਇਹ ਤੁਹਾਡੇ ਆਰਟੀਕਲਸ ਨੇ, ਡਿਟਰਮੀਨਰਸ ਨੇ, ਤੇ ਇੱਥੇ ਸਾਨੇ ਪਾਣਾ ਹੈ। ਹੁਣ ਧਿਆਨ ਨਾਲ ਦਿਓ, ਧਿਆਨ ਨਾਲ ਦੇਖੋ ਬੱਚਿਓ ਕਿ ਬਿਗ, ਬਿਗ ਜਿਹੜੀ ਹੈ ਬ ਦੀ ਆਵਾਜ਼ ਹੈ, ਇਟਸ ਅ ਕੌਨਸੋਨੈਂਟ ਸਾਊਂਡ, ਵਿਅੰਜਨ ਦੀ ਆਵਾਜ਼ ਹੈ। ਤਾਂ ਜਦੋਂ ਵਿਅੰਜਨ ਦੀ ਆਵਾਜ਼ ਹੈ ਉਹਦੇ ਅੱਗੇ ਅਸੀਂ ਕੀ ਲਾਉਂਦੇ ਹੁੰਦੇ ਆ? ਨਿਊਯਾਰਕ ਇਜ਼ ਅ ਬਿਗ ਸਿਟੀ। ਫੋਗੋ ਮੀਨਸ, ਫੋਗੋ ਦਾ ਮਤਲਬ ਕੀ ਹੈ? ਫੋਗੋ ਸ਼ਬਦ ਬੇਟਾ ਚੈਪਟਰ 'ਚ ਆਇਆ ਹੈ, ਤੇ ਫੋਰਗੋ ਸ਼ਬਦ ਉਦੋਂ ਆਇਆ ਸੀ ਜਦੋਂ ਮਨੀ ਲੈਂਡਰ ਕਹਿੰਦਾ ਹੈ ਲੜਕੀ ਨੂੰ ਵੀ ਜੇ ਤੂੰ ਵਾਈਟ ਪੈਬਲ ਚੱਕ ਲਿਆ ਤਾਂ ਜਿਹੜਾ ਤੇਰੇ ਪਿਓ ਦਾ ਕਰਜ਼ਾ ਹੈ ਉਹ ਸਾਰਾ ਫੋਰਗੋ ਕਰ ਦੂੰਗਾ ਮੈਂ, ਮਤਲਬ ਕਿ ਮਾਫ ਕਰ ਦੂੰਗਾ, ਛੱਡ ਦੂੰਗਾ ਮੈਂ। ਤਾਂ ਇੱਥੇ ਇਹਦਾ ਆਨਸਰ ਹੈ ਬੱਚਿਓ ਗਿਵ ਅਪ। ਗਿਵ ਅਪ ਦਾ ਮਤਲਬ ਹੁੰਦਾ ਹੈ ਜੀ ਛੱਡ ਦੇਣਾ। ਤਾਂ ਫੋਗੋ ਮੀਨਸ ਦਾ ਮਤਲਬ ਹੈ, ਫੋਗੋ ਦਾ ਮਤਲਬ ਹੈ ਜੀ ਟੂ ਗਿਵ ਅਪ। ਤਾਂ ਇਹ ਸੀਗੇ ਜੀ ਤੁਹਾਡੇ ਇਹ ਵਾਲੇ ਜਿਹੜਾ ਤੁਹਾਡਾ ਸਟੱਡੀ ਮਟੀਰੀਅਲ ਹੈ ਉਹਦੇ ਵਿੱਚ ਕੁਐਸਚਨ ਸੀਗੇ 20, ਮੈਂ ਤੁਹਾਨੂੰ ਕਰਵਾਤੇ। ਲੇਕਿਨ ਇੱਕ ਹੋਰ ਵੀ ਹੈ, ਅਸੀਂ ਉਹ ਵੀ ਦੇਖ ਲੈਂਦੇ ਹਾਂ। ਉਹ ਆਹ ਵਾਲਾ ਹੈ ਜੀ, ਇਹ ਸਟੱਡੀ ਮਟੀਰੀਅਲ 1 ਹੈ ਜੋ ਕਿ ਹੁਣ ਇਹਨਾਂ ਨੇ ਪਾਇਆ। ਆਪਾਂ ਇਹ ਵੀ ਦੇਖ ਲੈਂਦੇ ਹਾਂ ਕਿ ਹੂ ਇਜ਼ ਦੀ ਆਥਰ ਆਫ ਦਾ ਚੈਪਟਰ। ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ, ਇੱਥੇ ਫਿਰ ਇਹਨਾਂ ਨੇ ਉਹੀ ਲਿਖਿਆ ਦਿਸ ਇਜ਼ ਐਨੋਨਿਮਸ, ਇਟ ਇਜ਼ ਐਨ ਅਡਾਪਟਡ ਚੈਪਟਰ। ਦਾ ਬੱਚਿਓ ਤੁਸੀਂ ਮੇਰੇ ਹਿਸਾਬ ਨਾਲ ਇੱਥੇ ਐਡਵਰਡ ਡੇ ਬੋਨੋ ਹੀ ਲਿਖੋ। ਤਾਂ ਇਹ ਮੈਨੂੰ ਲੱਗਦਾ ਇਹਦੇ ਵਿੱਚ ਫੇਰ ਸੇਮ ਚੇਂਜ ਹੈ, ਕੁਐਸਚਨ ਸੇਮ ਹੈ। ਦੇਖੋ ਨਾਓ ਡੇਜ਼ ਵਾਲਾ ਫੇਰ ਆ ਗਿਆ ਕੁਐਸਚਨ, ਇਹਦਾ ਆਂਸਰ T20 ਆਪਾਂ ਪੜ੍ਹ ਚੁੱਕੇ ਆ। ਫੇਰ ਇੰਪੋਸੀਬਲ ਸਿਚੁਏਸ਼ਨ ਇਨਟੂ ਐਡਵਾਂਟੇਜਸ, ਗਰਲ ਨੇ ਕੀ ਨੋਟਿਸ ਕੀਤਾ, ਕਿਸ ਨੇ ਇੰਟਰੋਡਿਊਸ ਕੀਤਾ। ਤਾਂ ਸੇਮ ਕੁਐਸਚਨ ਹੈ ਬੇਟਾ ਇਹਦੇ ਵਿੱਚ ਵੀ। ਮੈਂ ਦੇਖ ਲੈਣਾ ਕੋਈ ਹੋਰ ਵੀ ਹੈ। ਨੋ, ਆਲਮੋਸਟ ਸਾਰੇ ਕੁਐਸਚਨ ਹੀ ਉਹੀ ਨੇ ਜੋ ਅਸੀਂ ਕਰ ਚੁੱਕੇ।
ਆ ਵੀ ਦੇਖੋ 12ਵਾਂ ਕੁਐਸਚਨ ਵੀ ਦੇਖ ਲਓ ਕਿ ਹੂ ਪ੍ਰੋਪੇਗੇਟਿਡ ਦੀ ਆਰਟ ਆਫ ਲੇਟਰਲ ਥਿੰਕਿੰਗ, ਕਿ ਲੇਟਰਲ ਥਿੰਕਿੰਗ ਦੀ ਕਲਾ ਨੂੰ ਸਭ ਤੋਂ ਪਹਿਲਾਂ ਕਿਸਨੇ ਪ੍ਰੋਪੇਗੇਟ ਕੀਤਾ, ਕਿਸਨੇ ਮਤਲਬ ਮੀਡੀਆ ਦੇ ਵਿੱਚ ਦੱਸਿਆ ਕਿ ਇਦਾਂ ਦੀ ਵੀ ਕੋਈ ਗੱਲ ਹੁੰਦੀ ਹੈ, ਤਾਂ ਉਹਦਾ ਆਨਸਰ ਹੈ ਜੀ ਐਡਵਰਡ ਡੇ ਬੁਨੋ। ਤਾਂ ਇਹ ਹੈ ਜੀ। ਬਾਕੀ ਸਾਰੇ ਕੁਐਸਚਨ ਬੇਟਾ ਆਪਾਂ ਆਲਰੇਡੀ ਕਰ ਚੁੱਕੇ ਪਹਿਲਾਂ ਵਾਲੇ ਨੋਟਸ ਦੇ ਵਿੱਚੋਂ। ਇਸੇ ਨੋਟਸ ਦੇ ਵਿੱਚ ਨੀਚੇ ਸ਼ਾਰਟ ਆਨਸਰ ਟਾਈਪ ਕੁਐਸਚਨ ਨੇ। ਸ਼ਾਰਟ ਆਨਸਰ ਟਾਈਪ ਕੁਐਸਚਨਸ ਮੈਂ ਤੁਹਾਨੂੰ ਆਲਰੇਡੀ ਵੀਡੀਓ ਇਹਦਾ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ, ਤੁਸੀਂ ਆਪਣੀਆਂ ਕਾਪੀਜ਼ ਤੇ ਵੀ ਨੋਟ ਕੀਤੇ ਹੋਏ ਨੇ, ਤਾਂ ਤੁਸੀਂ ਉਹ ਵਾਲੇ ਕਰ ਲਿਓ, ਉਹ ਜ਼ਿਆਦਾ ਮੈਂ ਵਧੀਆ ਤਰੀਕੇ ਨਾਲ ਸਮਝਾਏ ਹੋਏ ਨੇ। ਇਹ ਵੀ ਆਨਸਰਸ ਇੱਕ ਇੱਕ ਲਾਈਨ ਦੇ ਹੀ ਨੇ, ਲੇਕਿਨ ਮੈਂ ਚਾਹੂੰਗਾ ਕਿ ਤੁਸੀਂ ਉਹ ਵਾਲੇ ਕਰੋ ਬਿਕੋਜ਼ ਤੁਸੀਂ ਉਹ ਯਾਦ ਕੀਤੇ ਹੋਏ ਨੇ। ਤਾਂ ਇਹਦੀ ਵੀਡੀਓ ਆਲਰੇਡੀ ਆਪਾਂ ਬੇਟਾ ਬਣਾ ਚੁੱਕੇ ਤੇ ਇਹਦੀ ਆਪਾਂ ਤੁਹਾਨੂੰ ਮੈਂ ਸ਼ੇਅਰ ਇਹ ਕਰ ਚੁੱਕਿਆ। ਤੇ ਲੌਂਗ ਆਨਸਰ ਟਾਈਪ ਕੁਐਸਚਨ ਦੇ ਵਿੱਚ ਜਿਹੜਾ ਚੈਪਟਰ ਦਾ ਮੇਨ ਕੁਐਸਚਨ ਹੈ ਬੇਟਾ ਉਹ ਤਾਂ ਹੈ ਇਸ ਦਾ ਥੀਮ, ਤੇ ਥੀਮ ਹੈ ਜਾਂ ਕਰੈਕਟਰ ਸਕੈਚ ਆਫ ਥਾਮਸ ਜਾਂ ਲੜਕੀ ਦਾ ਜਿਹੜਾ ਹੈ ਉਹ ਆਉਂਦਾ ਹੈ। ਤਾਂ ਤੁਸੀਂ ਉਹੀ ਵਾਲਾ ਕੁਐਸਚਨ ਕਰਨਾ ਬੇਟਾ ਜਿਹੜਾ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ। ਲੇਕਿਨ ਜੇਕਰ ਤੁਹਾਨੂੰ ਇਹ ਕੁਐਸਚਨ ਵੀ ਆ ਜਾਂਦਾ ਪੇਪਰ 'ਚ ਕਿ ਹਾਊ ਵਾਜ਼ ਲੇਟਰਲ ਥਿੰਕਿੰਗ ਫਰੂਟਫੁਲ ਇਨ ਦਾ ਫੀਲਡ ਆਫ ਕ੍ਰਿਕਟ, ਹਾਊ ਡਿਡ ਦਾ ਮਨੀ ਲੈਂਡਰਸ ਅਟੈਂਪਟ ਟੂ ਵਿਨ ਦਾ ਹੈਂਡ ਆਫ ਦਾ ਫਾਰਮਰਸ ਡਾਟਰ ਗੋ ਇਨ ਵੇਨ, ਮੇਰੇ ਹਿਸਾਬ ਨਾਲ ਬੱਚਿਓ ਇਹਨਾਂ ਦੀ ਥਾਂ ਤੇ ਜਿਹੜਾ ਮੇਨ ਕੁਐਸਚਨ ਪੇਪਰ 'ਚ ਆਉਣ ਵਾਲਾ ਥਰਡ ਹੈ ਉਹ ਇਹ ਵਾਲਾ ਹੈ ਕਿ ਰਾਈਟ ਅ ਨੋਟ ਔਨ ਦਾ ਥੀਮ ਆਫ ਦਾ ਚੈਪਟਰ। ਤਾਂ ਇਹ ਉਹੀ ਹੈ ਜਿਹੜਾ ਮੈਂ ਤੁਹਾਨੂੰ ਕਰਵਾਇਆ ਹੈ, ਤੁਸੀਂ ਇਹ ਵਾਲਾ ਕੁਐਸਚਨ ਤਿਆਰ ਕਰਨਾ ਹੈ, ਐਗਜ਼ਾਮ ਦੇ ਵਿੱਚ ਇਹਨਾਂ ਚੋਂ ਹੀ ਪੁੱਛਿਆ ਜਾਏਗਾ। ਤੇ ਇੱਕ ਰਿਵੀਜ਼ਨ ਸਟੱਡੀ ਮਟੀਰੀਅਲ ਬੇਟਾ ਸੈਕਿੰਡ ਆਪਾਂ ਉਹ ਵੀ ਦੇਖ ਲੈਂਦੇ ਆ, ਇਹਦੇ ਵਿੱਚ ਥੋੜੇ ਜਿਹਾ ਡਿਫਰੈਂਟ ਹੈ ਕੁਐਸਚਨ। ਤਾਂ ਪਹਿਲਾ ਕੁਐਸਚਨ ਹੈ ਜੀ ਕਿ ਲੇਟਰਲ ਥਿੰਕਿੰਗ ਇਜ਼, ਕਿ ਲੇਟਰਲ ਥਿੰਕਿੰਗ ਕੀ ਹੈ ਜੀ, ਇਟਸ ਅ ਕ੍ਰੀਏਟਿਵ ਥਿੰਕਿੰਗ। ਲੇਟਰਲ ਥਿੰਕਿੰਗ ਕੀ ਹੈ ਜੀ, ਕ੍ਰੀਏਟਿਵ। ਕ੍ਰੀਏਟਿਵ ਦਾ ਮਤਲਬ ਹੁੰਦਾ ਬੇਟਾ ਉਸਾਰੂ, ਜਿਹੜੀ ਚੀਜ਼ ਉਸਾਰੂ ਹੋਵੇ, ਜਿਸ ਨਾਲ ਕੋਈ ਸਿਰਜਣਾਤਮਕ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਦੇਖੋ ਮੈਨੂੰ ਪੰਜਾਬੀ ਵੀ ਆਉਂਦੀ ਹੈ। ਤਾਂ ਕ੍ਰੀਏਟਿਵ ਥਿੰਕਿੰਗ ਦਾ ਮਤਲਬ ਹੁੰਦਾ ਹੈ ਉਸਾਰੂ ਸੋਚ, ਸਿਰਜਣਾਤਮਕ ਸੋਚ। ਉਸ ਤੋਂ ਬਾਅਦ ਸੈਕਿੰਡ ਕਿ ਵੇਅਰ ਡਿਡ ਦੀ ਫਾਰਮਰ ਐਂਡ ਹਿਸ ਡਾਟਰ ਲਿਵ, ਫੇਰ ਕੁਐਸਚਨ ਇਨ ਅ ਸਮਾਲ ਵਿਲੇਜ, ਮਨੀ ਲੈਂਡਰ ਵਾਜ਼ 올ਡ ਐਂਡ ਅਗਲੀ, ਲੇਟਰਲ ਥਿੰਕਿੰਗ ਵਨ ਕੁਆਇਨਡ ਬਾਈ ਐਡਵਰਡ ਡੇ ਬੂਨੋ। ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਆਲਮੋਸਟ ਉਹੀ ਕੁਐਸਚਨ ਬਾਰ-ਬਾਰ ਬੇਟਾ ਰਿਪੀਟ ਹੋਈ ਜਾ ਰਹੇ ਹਨ। ਥਾਮਸ ਵਾਜ਼ ਅ ਮਿਲੀਅਨੇਅਰ, ਫਿਰ $5000 ਦਾ ਉਹਨੇ ਲੋਨ ਲਿਆ ਸੀ, ਨਿਊਯਾਰਕ ਸਿਟੀ ਦੇ ਵਿੱਚ ਬੈਂਕ ਸੀ, 2 ਵੀਕਸ ਦਾ ਉਹਨੇ ਲੋਨ ਲਿਆ ਸੀ, 2 ਵੀਕਸ ਉਹ ਬਾਹਰ ਰਿਹਾ ਸੀਗਾ, ਥਾਮਸ ਨੇ $15 ਪੇਡ ਕੀਤੇ ਸੀ। ਪੜਨ ਚ ਕੋਈ ਹਰਜ ਨਹੀਂ ਹੈ ਬੇਟਾ, ਸਾਡੀ ਰਿਵੀਜ਼ਨ ਹੋ ਜਾਂਦੀ ਹੈ। ਦੇਖੋ ਹੁਣ ਆਪਾਂ ਕਰੇ ਹੋਏ ਆਪਾਂ ਫਟਾਫਟ ਕਰੀ ਜਾ ਰਹੇ ਹਾਂ ਕਿ ਥਾਮਸ ਦੀ ਕਾਰ ਫਰਾਰੀ ਸੀ, ਤੇ ਡੇ ਐਂਡ ਨਾਈਟ ਜਿਹੜੇ ਮੈਚਿਸ ਸੀ ਉਹ ਕਿਸਨੇ ਇੰਟਰੋਡਿਊਸ ਕੀਤੇ, ਕੈਰੀ ਪੈਕਰ ਨੇ ਕੀਤੇ ਸੀ। ਆਸਟ੍ਰੇਲੀਆ ਨੇ 2 ਕਪਤਾਨ ਬਣਾਏ ਸੀ। ਹੂ ਇਜ਼ ਦੀ ਆਥਰ ਆਫ ਦਾ ਚੈਪਟਰ, ਕੌਣ ਹੈ ਜੀ? ਹੁਣ ਦੇਖੋ ਇੱਥੇ ਇਹਨਾਂ ਨੇ ਨਨ ਆਫ ਥੀਸ ਪਾਇਆ ਹੋਇਆ, ਇਹ ਠੀਕ ਹੈ ਕਿਉਂਕਿ ਨਾ ਤਾਂ ਸੁਧਾ ਮੂਰਤੀ ਇਹਦਾ ਆਥਰ, ਨਾ ਹੀ ਏਜੀ ਗਾਰਡਨਰ ਹੈ, ਨਾ ਹੀ ਐਂਟੋਨ ਚੋਖਵ ਹੈ, ਤੇ ਇੱਥੇ ਐਡਵਰਡ ਡਿਬੂਨੋ ਆਇਆ ਹੀ ਨਹੀਂ। ਤਾਂ ਸਹੀ ਆਨਸਰ ਇਹਦਾ ਨਨ ਆਫ ਥੀਸ ਹੀ ਹੈ। ਇਸ ਕਰਕੇ ਇੱਥੇ ਤੁਸੀਂ ਨਨ ਆਫ ਥੀਸ ਹੀ ਪਾਓ ਕਿ ਇਸ ਚੈਪਟਰ ਦਾ ਲੇਟਰਲ ਥਿੰਕਿੰਗ ਵਾਲੇ ਚੈਪਟਰ ਦਾ ਆਥਰ ਕੌਣ ਹੈ। ਤਾਂ ਪਹਿਲੇ ਤਿੰਨਾਂ ਚੋਂ ਕੋਈ ਨਹੀਂ ਹੈ, ਇਸ ਕਰਕੇ ਪਹਿਲੇ ਤਿੰਨਾਂ ਚੋਂ ਕੋਈ ਨਹੀਂ, ਅਸੀਂ ਨਨ ਆਫ ਥੀਸ ਪਾਵਾਂਗੇ, ਇਹਨਾਂ ਵਿੱਚੋਂ ਕੋਈ ਨਹੀਂ। ਤੇ T20 ਮੈਚ ਅੱਜ ਕੱਲ ਚੱਲ ਪਏ ਜੀ। ਅੰਡਰਗਰਾਉਂਡ ਗਰਾਜ ਦੇ ਵਿੱਚ ਸਾਡੀ ਕਾਰ ਖੜੀ ਸੀਗੀ, ਸਾਡੀ ਤਾਂ ਨਹੀਂ ਸੀ, ਥਾਮਸ ਦੀ ਸੀ ਫਰਾਰੀ ਕਾਰ। ਤੇ ਇੰਟੈਲੀਜੈਂਟ ਗਰਲ ਨੇ ਇੱਕ ਇੰਪੋਸੀਬਲ ਸਿਚੁਏਸ਼ਨ ਨੂੰ ਐਡਵਾਂਟੇਜੀਅਸ ਦੇ ਵਿੱਚ ਬਦਲ ਲਿਆ ਸੀ। ਤਾਂ ਆ ਬੇਟਾ 2 ਵਰਡਸ ਯਾਦ ਕਰ ਲਿਓ ਜੇ ਤੁਸੀਂ। ਇੰਪੋਸੀਬਲ ਦਾ ਦੇਖੋ ਯਾਦ ਹੋ ਸਕਦਾ ਹੈ, ਇਹ ਤੁਸੀਂ ਪੋਸੀਬਲ ਦਾ ਉਲਟ ਹੁੰਦਾ ਹੈ, ਤੇ ਇਹਨੂੰ ਅਸੀਂ ਕਹਿ ਸਕਦੇ ਐਡਵਾਂਟੇਜੀਅਸ ਯਾਦ ਕਰ ਲਿਓ। ਐਡਵਾਂਟੇਜੀਅਸ ਸ਼ਬਦ ਐਡਵਾਂਟੇਜ ਤੋਂ ਬਣਦਾ ਹੈ, ਐਡਵਾਂਟੇਜ ਦੀ ਈ ਦੇ ਪਿੱਛੇ OUS ਲਾ ਦਿਓ। ਥੋੜਾ ਜਿਹਾ 5-7 ਵਾਰੀ ਲਿਖ ਕੇ ਦੇਖ ਲਿਓ, ਤੁਹਾਨੂੰ ਯਾਦ ਹੋ ਜਾਏਗਾ। ਫਾਰਮਰ ਦੀ ਲੜਕੀ ਨੇ ਨੋਟਿਸ ਕੀਤਾ ਕਿ ਮਨੀ ਲੈਂਡਰ ਨੇ ਡੈਸ਼ ਪੈਬਲਸ ਇਨਟੂ ਦਾ ਬੈਗ ਪਾਏ। ਤਾਂ ਕਿਹੜੇ ਬੈਗ ਪਾਏ, ਕਿਹੜੇ ਬੈਗ ਚ ਕਿਹੜੇ ਪੱਥਰ ਪਾਏ ਉਸਨੇ? 2 ਵਾਈਟ, 2 ਵਾਈਟ ਪੱਥਰ ਗਲਤ, 1 ਬਲੈਕ ਐਂਡ 1 ਵਾਈਟ ਗਲਤ, 2 ਬਲੈਕ ਪਾਏ ਸੀਗੇ ਜੀ। ਤਾਂ ਅਸੀਂ ਇੱਥੇ ਆਨਸਰ ਲਿਖਾਂਗੇ 2 ਬਲੈਕ ਪੈਬਲਸ ਉਸਨੇ ਬੈਗ ਦੇ ਵਿੱਚ ਪਾਏ ਸੀ। The girl and Thomas, the millionaire, both used dash to win the situation. ਪਹਿਲਾਂ ਵੀ ਆ ਚੁੱਕਿਆ, ਦੋਨਾਂ ਨੇ ਕੀ ਚੀਜ਼ ਯੂਜ਼ ਕੀਤੀ ਸੀ ਜੀ? ਲੇਟਰਲ ਥਿੰਕਿੰਗ। ਤਾਂ ਲੇਟਰਲ ਥਿੰਕਿੰਗ ਯੂਜ਼ ਕਰਕੇ ਆਪਣੀ ਸਿਚੁਏਸ਼ਨ ਉਹਨਾਂ ਨੇ ਜਿੱਤ ਲਈ ਸੀ। ਇਹ ਨਵਾਂ ਕੁਐਸਚਨ ਹੈ ਜੀ ਕਿ ਵਟ ਵਾਜ਼ ਦਾ ਪ੍ਰਪੋਜ਼ਲ ਗਿਵਨ ਟੂ ਦਾ ਪੂਅਰ ਫਾਰਮਰ ਬਾय ਦਾ ਮਨੀ ਲੈਂਡਰ, ਕਿ ਮਨੀ ਲੈਂਡਰ ਨੇ ਕਿਹੜੀ ਪ੍ਰਪੋਜ਼ਲ, ਕਿਹੜਾ ਸੁਝਾਅ ਦਿੱਤਾ ਸੀ ਪੂਅਰ ਫਾਰਮਰ ਨੂੰ? ਤਾਂ ਉਹਨੇ ਇਹੀ ਕਿਹਾ ਸੀਗਾ ਕਿ ਜੇਕਰ ਤੇਰੀ ਲੜਕੀ ਮੇਰੇ ਨਾਲ ਵਿਆਹ ਕਰਾ ਲੇ ਤਾਂ ਤੇਰਾ ਮੈਂ ਕਰਜ਼ਾ ਮਾਫ ਕਰ ਦੂੰਗਾ। ਇਹੀ ਆਨਸਰ ਹੈ ਜੀ ਦਾ। ਦਾ ਫਾਰਮਰਸ ਡੈਟ ਵੁੱਡ ਬੀ ਵੇਵਡ ਆਫ, ਵੇਵ ਆਫ ਦਾ ਮਤਲਬ ਹੁੰਦਾ ਮਾਫ, ਮਾਫ ਹੋ ਜਾਣਾ, ਖਤਮ ਕਰ ਦੇਣਾ ਕਰਜ਼ਾ। ਇਫ ਹੀ ਅਗਰੀ ਟੂ ਮੈਰੀ ਹਿਜ਼ ਡਾਟਰ ਟੂ ਦਾ ਮਨੀ ਲੈਂਡਰ, ਜੇਕਰ ਉਹ ਆਪਣੀ ਲੜਕੀ ਦੀ ਮੈਰਿਜ
ਮੇਰੇ ਨਾਲ ਕਰਵਾ ਦੇਵੇ ਤੇ ਤੇਰਾ ਮੈਂ ਸਾਰਾ ਕਰਜ਼ਾ ਮਾਫ ਕਰ ਦੂੰਗਾ। ਤਾਂ ਇਹ ਚੀਜ਼ ਸੀਗੀ ਜੀ। ਅਮ ਫਿਰ ਉਸ ਤੋਂ ਬਾਅਦ ਹੈ ਜੀ 20ਵਾਂ ਕੁਐਸਚਨ, ਫੋਰਗੋ ਸ਼ਬਦ ਮੈਂ ਤੁਹਾਨੂੰ ਪਹਿਲਾਂ ਦੱਸਿਆ, ਟੂ ਗਿਵ ਅਪ ਛੱਡ ਦੇਣ ਨੂੰ ਕਿਹਾ ਜਾਂਦਾ ਹੈ। ਤੇ 21ਵਾਂ ਕੁਐਸਚਨ ਹੈ ਕਿ ਵਿਚ ਆਫ ਦਾ ਫੋਲੋਇੰਗ, ਇਹ 21ਵੇਂ ਸ਼ਬਦ 21ਵੇਂ ਕੁਐਸਚਨ ਤੋਂ ਕੁਝ ਨਵੇਂ ਕੁਐਸਚਨਸ ਆਪਾਂ ਦੇਖ ਲੈਣੇ ਆ ਕਿ ਵਿਚ ਆਫ ਦਾ ਫੋਲੋਇੰਗ ਕੈਨ ਹੈਲਪ ਅਸ ਟੂ ਸੋਲਵ ਕੰਪਲੈਕਸ ਪ੍ਰੋਬਲਮਸ। ਕਿਹੜੀ ਚੀਜ਼ ਦੇ ਨਾਲ ਅਸੀਂ ਕੰਪਲੈਕਸ ਪ੍ਰੋਬਲਮਸ ਹੈ ਜਿਹੜੀਆਂ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ। ਕੰਪਲੈਕਸ ਦਾ ਮਤਲਬ ਗੁੰਝਲਦਾਰ ਪ੍ਰੋਬਲਮਸ ਨੂੰ ਅਸੀਂ ਕਿਸ ਚੀਜ਼ ਦੇ ਨਾਲ ਸੋਲਵ ਕਰ ਸਕਦੇ ਹਾਂ ਜੀ? ਲੇਟਰਲ ਥਿੰਕਿੰਗ ਦੇ ਨਾਲ। ਤਾਂ ਲੇਟਰਲ ਥਿੰਕਿੰਗ ਦੇ ਨਾਲ ਅਸੀਂ ਇਹ ਕਰ ਸਕਦੇ ਹਾਂ। ਸ਼ਾਰਪ ਆਈਡ ਗਰਲ ਵਾਸ ਦਾ, ਕਿ ਜਿਹੜੀ ਸ਼ਾਰਪ ਆਈਡ ਗਰਲ ਹੈ, ਸ਼ਾਰਪ ਆਈ ਦਾ ਮਤਲਬ ਤਿੱਖੀ ਨਜ਼ਰ ਵਾਲੀ ਲੜਕੀ, ਉਹ ਕੌਣ ਸੀਗੀ? ਡਾਟਰ ਆਫ ਅ ਪੂਅਰ ਫਾਰਮਰ। ਤਾਂ ਡਾਟਰ ਆਫ ਅ ਪੂਅਰ ਫਾਰਮਰ ਦੀ ਸੀ ਜੀ, ਉਹ ਇੱਕ ਗਰੀਬ ਕਿਸਾਨ ਦੀ ਲੜਕੀ ਸੀ। ਥਾਮਸ ਵਾਸ ਵਨ ਆਫ ਦਾ ਰਿਚੈਸਟ ਮੈਨ ਇਨ ਅਮਰੀਕਾ। ਅਮਰੀਕਾ ਦੀ ਕਹਾਣੀ ਹੈ। ਨਿਊਯਾਰਕ ਸਿਟੀ ਕਿੱਥੇ ਹੈ? ਯੂਐਸਏ ਚ ਹੈ ਨਾ, ਤਾਂ ਅਸੀਂ ਅਮਰੀਕਾ ਪਾਵਾਂਗੇ ਕਿ ਥਾਮਸ ਅਮਰੀਕਾ ਦਾ ਇੱਕ ਅਮੀਰ ਆਦਮੀ ਸੀ। 24ਵਾਂ ਕੁਐਸਚਨ ਹੈ ਜੀ, ਦਾ ਗਰਲ ਵੁੱਡ ਹੈਵ ਟੂ ਮੈਰੀ ਦਾ ਮਨੀ ਲੈਂਡਰ ਇਫ ਸ਼ੀ ਸਿਲੈਕਟਡ ਆ, ਕਿ ਲੜਕੀ ਨੂੰ ਸ਼ਾਹੂਕਾਰ ਨਾਲ ਵਿਆਹ ਕਰਾਉਣਾ ਪੈਂਦਾ ਜੇਕਰ ਉਹ ਚੱਕ ਲੈਂਦੀ, ਕੀ ਚੱਕ ਲੈਂਦੀ ਜੀ? ਬਲੈਕ ਪੈਬਲ। ਬਲੈਕ ਪੈਬਲ ਆਊਗਾ। ਬਲੈਕ ਪੈਬਲ ਚੱਕਦੀ ਸੀ ਤਾਂ ਮਨੀ ਲੈਂਡਰ ਨਾਲ ਉਸਨੂੰ ਸ਼ਾਦੀ ਕਰਾਣੀ ਪੈਣੀ ਸੀ, ਪਰ ਉਸਦੇ ਡੈਡੀ ਦਾ ਕਰਜ਼ਾ ਮਾਫ ਹੋ ਜਾਂਦਾ। ਜੇ ਉਹ ਵਾਈਟ ਪੈਬਲ ਚੱਕਦੀ ਤਾਂ ਉਸਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਸੀ ਅਤੇ ਉਸਦੇ ਪਿਤਾ ਦਾ ਕਰਜ਼ਾ ਮਾਫ ਤਾਂ ਹੁੰਦਾ ਹੀ ਹੁੰਦਾ। ਮਤਲਬ ਪਿਤਾ ਦਾ ਕਰਜ਼ਾ ਤਾਂ ਦੋਨਾਂ ਪਾਸੋਂ ਹੀ ਮਾਫ ਹੋ ਰਿਹਾ ਸੀ, ਲੇਕਿਨ ਬਲੈਕ ਪੈਬਲ ਦੇ ਨਾਲ ਉਸਨੂੰ ਵਿਆਹ ਕਰਾਉਣਾ ਪੈਣਾ ਸੀ। ਉਸ ਤੋਂ ਬਾਅਦ ਹੈ ਜੀ ਕਿ ਦਾ ਗਰਲ ਨਿਊ ਬੋਥ ਦਾ ਪੈਬਲਸ ਇਨ ਦਾ ਬੈਗ ਵਰ, ਕਿ ਲੜਕੀ ਨੂੰ ਪਤਾ ਲੱਗ ਗਿਆ ਸੀ ਕਿ ਬੈਗ ਦੇ ਵਿੱਚ ਦੋਨੇ ਪੈਬਲਸ ਕਿਹੜੇ ਨੇ ਜੀ? ਬਲੈਕ, ਕਿਉਂਕਿ ਉਹਨੇ ਅੱਖ ਬਚਾ ਕੇ ਦੋਨੇ ਬਲੈਕ ਪੈਬਲ ਹੀ ਪਾਏ ਸੀ। ਵੈਨ ਡਿਡ ਥਾਮਸ ਗੋ ਟੂ ਦਾ ਬੈਂਕ ਟੂ ਰਿਟਰਨ ਦਾ ਲੋਨ, ਕਦੋਂ ਗਿਆ ਜੀ ਲੋਨ ਵਾਪਸ ਕਰਨ ਦੇ ਲਈ? ਤਾਂ ਨੈਚੁਰਲੀ ਕਿਉਂਕਿ 2 ਹਫ਼ਤਿਆਂ ਲਈ ਗਿਆ ਸੀਗਾ ਬਾਹਰ, ਉਹ ਤਾਂ 2 ਹਫ਼ਤਿਆਂ ਬਾਅਦ ਹੀ ਆਊਗਾ, ਆਫਟਰ 2 ਵੀਕਸ। ਹੀ ਵਾਂਟਡ ਅ ਚੀਪ ਐਂਡ ਸੇਫ ਪਾਰਕਿੰਗ ਫॉर ਹਿਸ ਕੋਸਟਲੀ ਫਰਾਰੀ ਕਾਰ। ਤਾਂ ਇਹ ਪੁੱਛਿਆ ਗਿਆ ਜੀ ਕਿ ਉਹ ਆਪਣੀ ਫਰਾਰੀ ਕਾਰ ਦੇ ਲਈ ਇੱਕ ਤਾਂ ਚੀਪ ਅਤੇ ਦੂਸਰੀ ਸੇਫ ਪਾਰਕਿੰਗ ਚਾਹੁੰਦਾ ਸੀ, ਸਸਤੀ ਤੇ ਸੁਰੱਖਿਅਤ ਪਾਰਕਿੰਗ ਚਾਹੁੰਦਾ ਸੀ। ਤੇ ਸੌਰੀ, ਇਹ ਕੁਐਸਚਨ ਹੋ ਰਿਹਾ ਹੈ। ਕੁਐਸਚਨ ਹੈ ਕਿ ਵਾਈ ਡਿਡ ਦਾ ਮਿਲੀਅਨੇਅਰ ਥਾਮਸ ਟੇਕ ਅ ਲੋਨ ਫਰੋਮ ਦਾ ਬੈਂਕ, ਕਿ ਬੈਂਕ ਤੋਂ ਲੋਨ ਕਿਉਂ ਲਿਆ ਮਿਲੀਅਨੇਅਰ ਥਾਮਸ ਨੇ? ਤਾਂ ਥਾਮਸ ਨੇ ਬੈਂਕ ਤੋਂ ਲੋਨ ਇਸ ਕਰਕੇ ਲਿਆ ਕਿਉਂਕਿ ਉਹ ਆਪਣੀ ਪਾਰਕਿੰਗ ਫਰਾਰੀ ਕਾਰ ਲਈ ਇੱਕ ਸੇਫ ਤੇ ਚੀਪ ਪਾਰਕਿੰਗ ਚਾਹੁੰਦਾ ਸੀ। 28ਵਾਂ ਹੈ ਕਿ ਵੇਅਰ ਡਿਡ ਥਾਮਸ ਲੀਵ ਹਿਜ਼ ਨਿਊ ਫਰਾਰੀ, ਆਪਣੀ ਫਰਾਰੀ ਕਿੱਥੇ ਛੱਡ ਗਿਆ? ਪਹਿਲਾਂ ਵੀ ਆ ਚੁੱਕਿਆ ਬੇਟਾ, ਬੈਂਕਸ ਅੰਡਰਗਰਾਉਂਡ ਗਰਾਜ, ਬੈਂਕ ਦੇ ਨਿਚਲੇ ਪਾਸੇ ਜਿਹੜਾ ਬੇਸਮੈਂਟ ਦੇ ਵਿੱਚ ਗਰਾਜ ਹੁੰਦਾ ਹੈ, ਉੱਥੇ ਉਹ ਛੱਡ ਕੇ ਗਿਆ ਸੀ। ਦਾ ਬੈਂਕ ਇੰਪਲਾਈ ਆਸ ਥਾਮਸ ਫॉर, ਹਾਂ ਇਹ ਨਵਾਂ ਕੁਐਸਚਨ ਹੈ ਕਿ ਬੈਂਕ ਦਾ ਜਿਹੜਾ ਇੰਪਲਾਈ ਸੀਗਾ, ਬੈਂਕ 'ਚ ਕੰਮ ਕਰਨ ਵਾਲਾ ਜਿਹੜਾ ਸੀ, ਉਸਨੇ ਥਾਮਸ ਤੋਂ ਕੀ ਮੰਗਿਆ ਜੀ? ਸਮ ਸਿਕਿਉਰਿਟੀ। ਸਿਕਿਉਰਿਟੀ ਤਾਂ ਮੰਗਦੇ ਹੀ ਹੈ, ਤੁਸੀਂ ਲੋਨ ਲੈਣ ਜਾਓ ਤਾਂ ਘਰ ਦੀ ਰਜਿਸਟਰੀ ਰਖਵਾ ਲੈਂਦੇ ਆ, ਉਹ ਸਿਕਿਉਰਿਟੀ ਹੁੰਦੀ ਹੈ। ਤਾਂ ਇੱਥੇ ਸਿਕਿਉਰਿਟੀ ਕਾਦੀ ਲਈ ਗਈ ਸੀ ਜੀ? ਫਰਾਰੀ ਕਾਰ ਦੀ। ਲਾਸਟ ਕੁਐਸਚਨ ਹੈ, ਦਾ ਫਾਰਮਰਸ ਡਾਟਰ ਵਾਸ ਵੈਰੀ ਬਿਊਟੀਫੁਲ ਐਂਡ ਇੰਟੈਲੀਜੈਂਟ, ਕਿ ਫਾਰਮਰ ਦੀ ਜਿਹੜੀ ਡਾਟਰ ਸੀ ਉਹ ਸੁੰਦਰ ਸੀ ਅਤੇ ਹੁਸ਼ਿਆਰ ਸੀ। ਤਾਂ ਬੇਟਾ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਇੱਧਰ 10 ਕੁਐਸਚਨ ਹੋ ਰਹੇ ਆ ਉਹ ਵੀ ਕਵਰ ਕਰ ਲਏ ਤੇ ਕੁਝ ਕੁਐਸਚਨ ਦੀ ਆਪਾਂ ਰਿਵੀਜ਼ਨ ਵੀ ਕਰ ਲਈ। ਤਾਂ ਇੱਕ ਵਾਰੀ ਬੇਟਾ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਇਹ ਸਾਰੇ ਤੁਸੀਂ ਜਿਹੜੇ ਨੋਟਸ ਹੈ ਇੱਕ ਵਾਰੀ ਪੜ੍ਹ ਲਿਓ। ਜੇ ਇਸ ਚੈਪਟਰ ਦੇ ਵਿੱਚੋਂ ਕੋਈ ਵੀ ਕੁਐਸਚਨ ਬਣਿਆ ਤਾਂ ਇਹਨਾਂ ਚੋਂ ਹੀ ਬਣ ਜਾਏਗਾ ਤੇ ਤੁਹਾਨੂੰ ਇਹ ਆਲਰੇਡੀ ਆਂਦਾ ਹੋਏਗਾ, ਬਿਕੋਜ਼ ਤੁਸੀਂ ਇਹ ਮੇਰੇ ਤੋਂ ਸਾਰੇ ਸਮਝ ਲਏ। ਚਲੋ ਠੀਕ ਹੈ ਜੀ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਕੱਲ ਨੂੰ ਆਪਾਂ ਫੇਰ ਬੇਟਾ ਮਿਲਾਂਗੇ ਇਸੇ ਟਾਈਮ ਤੇ ਨੈਕਸਟ ਚੈਪਟਰ ਕਰਾਂਗੇ। ਇੱਕ ਵਾਰੀ ਰਿਵਾਈਜ਼ ਕਰਕੇ ਦੇਖ ਲਿਓ।